ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਰਹਿ ਬਿਹੰਗਮ ਕਤਹਿ ਨਾ ਜਾਈ, ਅਗਾਹ ਗਹਿ ਗਹਿ ਗਗਨ ਰਹਾਈ। ਘੱਗਾ ਘਾਟ ਘਾਟ ਨਿਮਸੈ ਸੋਈ, ਘਾਟ ਫੂਟੇ ਘਟ ਕਬਹਿ ਨਾ ਹੋਈ। ਤਾਂ ਘਾਟ ਮਾਹਿ ਘਾਟ ਜੋ ਪਾਵਾ, ਸੋ ਘਟ ਛਾੜ ਆਵ ਘਟ ਕਤ ਧਾਵਾ। ਨਿੰਗਾ ਨਿਗ੍ਰਹਿ ਸਨੇਹ ਕਰ, ਨਿਰਵਾਰੋ ਸੰਦੇਹ। ਨਾਹੀ ਦੇਖ ਨਾ ਭਾਜੀਐ, ਪਰਮ ਸਿਆਨਪ ਏਹ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਾਜ ਚਿਤਰੈ ਚੇਤਹੁ ਚਿਤਕਾਰੀ। ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿਤਰੈ ਚਿਤ ਰਾਖ ਚਿਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰਾਂ ਦੀ ਅਪਾਰ ਰਹਿਮਤ ਦਾ ਸਦਕਾ ਆਪਾਂ ਸਾਰੇ ਹੀ ਰਲ ਮਿਲ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਪਾਵਨ ਬਾਣੀ ਦੀ ਵਿਚਾਰ, ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸਮਝਣ ਦਾ, ਵਿਚਾਰਨ ਦਾ ਯਤਨ ਕਰ ਰਹੇ ਹਾਂ। ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ 52 ਅੱਖਰੀ ਰਾਗ ਗੌੜੀ ਦੇ ਵਿੱਚੋਂ, ਜਿਸ ਦੀ ਆਰੰਭਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 340 ਉੱਪਰੋਂ ਹੁੰਦੀ ਹੈ, ਜਿਸ ਦੀਆਂ ਪਹਿਲੇ 8 ਬੰਦਾਂ ਦਾ ਪਾਠ ਅਤੇ ਵਿਚਾਰ ਆਪ ਜੀ ਨੇ ਸ਼ਰਵਣ ਕੀਤਾ ਹੈ। ਅਗਲੇਰੇ 4 ਬੰਦ 9, 10, 11 ਅਤੇ 12 ਦਾ ਪਾਠ ਦਾਸ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਕਬੀਰ ਸਾਹਿਬ ਜੀ ਗੱਗਾ ਸ਼ਬਦ ਦੀ ਵਰਤੋਂ ਕਰਦਿਆਂ ਸਾਨੂੰ ਇਹ ਉਪਦੇਸ਼ ਦ੍ਰਿੜ ਕਰਵਾਉਂਦੇ ਹਨ ਕਿ ਗੁਰੂ ਦੇ ਉਪਦੇਸ਼ ਨਾਲ, ਗੁਰੂ ਦੇ ਬਚਨ ਨਾਲ ਜਦੋਂ ਉਸ ਅਕਾਲ ਪੁਰਖ ਦੀ ਸਮਝ ਆ ਜਾਂਦੀ ਹੈ, ਸੋਝੀ ਆ ਜਾਂਦੀ ਹੈ, ਉਸ ਦੀ ਪਹਿਚਾਣ ਮਨੁੱਖ ਨੂੰ ਹੋ ਜਾਂਦੀ ਹੈ, ਤਾਂ ਫਿਰ ਹੋਰ ਕੋਈ ਉਸ ਰੱਬ ਦੀ ਸਿਫਤ ਸਲਾਹ ਤੋਂ ਬਿਨਾਂ ਕੋਈ ਹੋਰ ਖਿਆਲ ਜਿਹੜਾ ਹੈ, ਕੋਈ ਹੋਰ ਗੱਲ ਜਿਹੜੀ ਹੈ, ਉਹ ਫਿਰ ਕੰਨ ਨਹੀਂ ਧਰਦਾ ਜੀਵ। ਭਾਵ ਉਸ ਦੀ ਲਗਨ ਉਸ ਅਕਾਲ ਪੁਰਖ ਦੇ ਨਾਮ ਨਾਲ, ਉਹਦੀ ਹੋਂਦ ਨਾਲ ਇਸ ਤਰ੍ਹਾਂ ਬਣ ਜਾਂਦੀ ਹੈ ਵੀ ਫਿਰ ਹੋਰ ਪਾਸੇ ਮਨ ਭਟਕਦਾ ਨਹੀਂ। ਪਰ ਇਹ ਦਾਤ ਦੀ ਪ੍ਰਾਪਤੀ ਗੁਰੂ ਦੇ ਸ਼ਬਦ ਨਾਲ ਹੁੰਦੀ ਹੈ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਆਨੰਦ ਵਿੱਚੋਂ ਆਪਾਂ ਇਹ ਪੌੜੀ ਪੜ੍ਹਦੇ ਹਾਂ, ਜਿਸ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦਿਆਂ ਹੋਇਆਂ ਕਹਿੰਦੇ ਨੇ, ਗੁਰ ਕਾ ਸ਼ਬਦ ਰਤਨ ਹੈ। ਰਤਨ ਦਾ ਮਤਲਬ ਹੈ ਅਮੋਲਕ ਵਸਤੂ ਹੈ, ਬੜੀ ਕੀਮਤੀ ਹੈ। ਹੀਰੇ ਜਿੱਤ ਜੜਾਓ, ਇਸ ਵਿੱਚ ਰੱਬੀ ਗੁਣਾਂ ਦੇ ਹੀਰੇ ਜੜੇ ਹੋਏ ਹਨ। ਭਾਵ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਸਾਂਝ ਬਣਾਉਂਦੇ ਹਾਂ ਤਾਂ ਇਹਦੇ ਵਿੱਚ ਹੀ ਉਹ ਅਕਾਲ ਪੁਰਖ ਦੇ ਗੁਣਾਂ ਦੀ, ਰੱਬ ਦੇ ਸਰੂਪ ਦੀ, ਰੱਬ ਦੀ ਹੋਂਦ ਦੀ ਸਾਨੂੰ ਸਤਿਗੁਰਾਂ ਦੇ ਸ਼ਬਦ ਰਾਹੀਂ ਸੋਝੀ ਹੋ ਜਾਂਦੀ ਹੈ। ਇਸ ਤਰ੍ਹਾਂ ਗੁਰੂ ਕਾ ਸ਼ਬਦ ਬੜਾ ਕੀਮਤੀ ਹੈ, ਬੜਾ ਅਮੋਲਕ ਹੈ, ਕਿਉਂਕਿ ਇਹਦੇ ਵਿੱਚ ਰੱਬੀ ਨਾਮ ਦੀ ਗੱਲ ਹੈ, ਰੱਬੀ ਵਿਚਾਰਧਾਰਾ ਹੈ, ਰੱਬ ਨੂੰ ਮਿਲਣ ਦੀ ਜੁਗਤ ਹੈ ਅਤੇ ਰੱਬ ਦੇ ਗੁਣਾਂ ਦੀ ਸਾਨੂੰ ਸਤਿਗੁਰੂ ਜੀ ਨੇ ਬਾਣੀ ਦੇ ਰਾਹੀਂ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਆਖਦੇ ਨੇ, ਇਸ ਕਰਕੇ ਸ਼ਬਦ ਬੜਾ ਅਮੋਲਕ ਹੈ ਕਿਉਂਕਿ ਇਹਦੇ ਰਾਹੀਂ ਸਾਨੂੰ ਅਕਾਲ ਪੁਰਖ ਦੀ ਸੋਝੀ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ।
ਆਖਦੇ ਨੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿਨ ਰਾਮ ਗੁਰ ਗਮ ਹਾਰ ਦਮ ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਸਾਰੇ ਸ਼ਬਦ ਵਿੱਚ ਵੀ ਗੁਰੂ ਦੀ ਬਾਣੀ ਦੀ ਵਡਿਆਈ ਦਾ ਜ਼ਿਕਰ ਕਰਦੇ ਨੇ। ਗੁਰੂ ਦੇ ਸ਼ਬਦ ਰਾਹੀਂ ਅਕਾਲ ਪੁਰਖ ਦੇ ਨਾਮ ਦੀ, ਗੁਣਾ ਦੀ, ਸਰੂਪ ਦੀ, ਹੋਂਦ ਦੀ ਸੋਝੀ ਸਿੱਖ ਨੂੰ ਹੋਈ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਅੱਗੇ ਆਖਿਆ ਸ਼ਬਦ ਰਤਨ ਜਿਤ ਮਨ ਲਾਗਾ। ਜਿਸ ਦੇ ਮਨ ਵਿੱਚ ਵਸ ਗਿਆ ਗੁਰੂ ਦਾ ਸ਼ਬਦ, ਇਹ ਹੁਆ ਸਮਾਓ। ਫਿਰ ਇਸ ਮਨ ਦਾ ਸਮਾਓ ਟਿਕਾ ਜਿਹੜਾ ਹੈ ਉਹ ਰੱਬ ਦੇ ਨਾਮ ਵਿੱਚ ਬਣ ਜਾਂਦਾ ਹੈ ਗੁਰੂ ਦੇ ਸ਼ਬਦ ਰਾਹੀਂ। ਅੱਗੇ ਆਖਿਆ ਸ਼ਬਦ ਸੇਤੀ ਮਨ ਮਿਲਿਆ। ਜਦੋਂ ਸ਼ਬਦ ਦੇ ਨਾਲ ਮਨ ਮਿਲ ਜਾਏ, ਜਦੋਂ ਸ਼ਬਦ ਦੇ ਉਪਦੇਸ਼ ਨੂੰ ਮਨ ਕਬੂਲ ਕਰ ਲਵੇ, ਪ੍ਰਵਾਨ ਕਰ ਲਵੇ, ਮੰਨ ਲਵੇ, ਮਨ ਗੁਰੂ ਦੀ ਮੱਤ ਮੁਤਾਬਕ ਢਲ ਜਾਏ, ਸੱਚਾ ਲਾਇਆ ਭਾਓ, ਫਿਰ ਇਸ ਮਨ ਦਾ ਪਿਆਰ ਉਸ ਸੱਚੇ ਅਕਾਲ ਪੁਰਖ ਨਾਲ ਬਣ ਜਾਂਦਾ ਹੈ। ਆਪੇ ਹੀਰਾ ਰਤਨ ਆਪੇ ਗੁਰਮੁਖ ਦੇ 부ਝਾਏ। ਆਖਦੇ ਨੇ ਫਿਰ ਗੁਰੂ ਦਾ ਸ਼ਬਦ ਮਨ ਵਿੱਚ ਵਸ ਜਾਂਦਾ ਹੈ। ਗੁਰੂ ਦੇ ਸ਼ਬਦ ਹੀਰੇ ਦੇ ਰਤਨ ਦੇ ਮਨ ਵਿੱਚ ਵਸ ਜਾਣ ਨਾਲ ਰੱਬੀ ਗੁਣਾ ਰੂਪੀ ਹੀਰੇ ਮਨ ਵਿੱਚ ਵਸ ਜਾਂਦੇ ਨੇ। ਸ਼ਬਦ ਨੇ ਰੱਬ ਦੀ ਯਾਦ, ਸੋਝੀ, ਗੁਣ ਮਨ ਵਿੱਚ ਵਸਾ ਦਿੱਤੇ। ਗੁਰੂ ਦੇ ਰਾਹੀਂ ਇਹ ਸੋਝੀ ਹੋਈ। ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ 부ਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। हे ਨਾਨਕ ਆਖ ਕੇ ਗੁਰੂ ਦਾ ਸ਼ਬਦ ਉਹ ਅਮੋਲਕ ਵਸਤੂ ਹੈ ਜਿਸ ਵਿੱਚ ਰੱਬੀ ਗੁਣ, ਰੱਬੀ ਵਡਿਆਈ ਭਰੀ ਪਈ ਹੈ। ਇੱਕ ਬਚਨ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਉਚਾਰਨ ਕੀਤਾ ਹੈ, ਪੰਨਾ ਨੰਬਰ 171 ਉੱਤੇ ਇਹ ਪੰਕਤੀਆਂ ਸੁਭਾਏਮਾਨ ਹੈ। ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦਿਆਂ ਕਹਿੰਦੇ ਨੇ ਹਰ ਅਗੰਮ ਅਗੋਚਰ ਪਾਰ ਬ੍ਰਹਮ ਹੈ। ਅਗੰਮ ਕਹਿੰਦੇ ਨੇ ਜਿਸ ਤੱਕ ਬੁੱਧੀ ਨਾ ਪਹੁੰਚੇ। ਅਸੀਂ ਸੰਸਾਰ ਦਾ ਜਿੰਨਾ ਵੀ ਭੌਤਿਕ ਗਿਆਨ ਹੈ, ਪਦਾਰਥਾਂ ਦਾ ਗਿਆਨ, ਆਲੇ ਦੁਆਲੇ ਦਾ ਜੋ ਵੀ ਦਿਸਣ ਵਾਲਾ ਗਿਆਨ, ਇਹ ਸਾਰੇ ਦਾ ਸਾਰਾ ਸਾਡੀ ਬੁੱਧੀ ਦਾ ਵਿਸ਼ਾ ਹੈ, ਸਾਡੇ ਦਿਮਾਗ ਦਾ। ਇਹ ਸਾਰੀਆਂ ਚੀਜ਼ਾਂ ਅਸੀਂ ਜਿੰਨਾ ਵੀ ਇਸ ਉੱਤੇ ਆਪਣੀ ਬੁੱਧ ਨੂੰ ਵਰਤਦੇ ਜਾਈਏ, ਅਸੀਂ ਇਹ ਭੌਤਿਕ ਗਿਆਨ ਇਕੱਠਾ ਕਰਦੇ ਜਾਂਦੇ ਹਾਂ। ਪਰ ਪਰਾ ਭੌਤਿਕ ਭਾਵ ਜੋ ਇਸ ਪਰਦੇ ਦੇ ਪਿੱਛੇ ਸਮਰੱਥਾ ਹੈ, ਅਕਾਲ ਪੁਰਖ ਹੈ, ਉਹਦਾ ਅਨੁਭਵ ਹੈ। ਗੁਰੂ ਬਾਣੀ ਦਾ ਕਹਿਣਾ ਹੈ ਵੀ ਉਹ ਅਗੰਮ ਹੈ। ਅਗੰਮ ਦਾ ਅਰਥ ਹੁੰਦਾ ਹੈ ਅਪਹੁੰਚ, ਜਿੱਥੋਂ ਤੱਕ ਬੁੱਧੀ ਦੀ ਪਹੁੰਚ ਨਹੀਂ। ਗਮ ਕਹਿੰਦੇ ਨੇ ਗਮਨ ਕਰਨ ਨੂੰ। ਜਦੋਂ ਗਮ ਸ਼ਬਦ ਨਾਲ ਐੜਾ ਲੱਗ ਜਾਏ ਤੇ ਅਗੰਮ, ਜਿੱਥੋਂ ਤੱਕ ਪਹੁੰਚਿਆ ਨਾ ਜਾ ਸਕੇ, ਭਾਵ ਬੁੱਧੀ ਰਾਹੀਂ ਜਿਸ ਨੂੰ ਪੂਰਨ ਰੂਪ ਵਿੱਚ ਸਮਝਿਆ ਨਹੀਂ ਜਾ ਸਕਦਾ। ਤੇ ਅਗੋਚਰ ਦਾ ਅਰਥ ਹੈ ਜਿੱਥੋਂ ਤੱਕ ਸਾਡੇ ਗਿਆਨ ਇੰਦਰੇ ਨਾ ਪਹੁੰਚ ਰੱਖ ਸਕਣ, ਵੀ ਜਿਹਨੂੰ ਚਮੜੀ ਛੂਹ ਨਾ ਸਕੇ, ਕੰਨ ਜਿਸ ਦੀ ਆਵਾਜ਼ ਨਾ ਸੁਣ ਸਕਣ, ਅੱਖਾਂ ਜਿਸ ਨੂੰ ਵੇਖ ਨਾ ਸਕਣ। ਇਹ ਸਾਡੇ ਸਰੀਰ ਦੇ ਜਿਹੜੇ ਪੰਜੇ ਗਿਆਨ ਇੰਦਰੇ ਨੇ, ਨਾਸਕਾ ਹੈ, ਜ਼ਬਾਨ ਹੈ, ਇਹ ਪੰਜੇ ਗਿਆਨ ਇੰਦਰੇ ਉਸ ਤੱਕ ਨਹੀਂ ਪਹੁੰਚਦੇ। ਤਾਈਓ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਤੂੰ ਬੁੱਧੀ ਤੋਂ ਵੀ ਪਰੇ ਹੈ ਤੇ ਪੰਜਾਂ ਗਿਆਨ ਇੰਦਰੀਆਂ ਦੀ ਪਕੜ ਤੋਂ ਵੀ ਪਰੇ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰ ਅਗੰਮ ਅਗੋਚਰ ਪਾਰ ਬ੍ਰਹਮ ਹੈ, ਮਿਲ ਸਤਿਗੁਰ ਲਾਗ ਬਸੀਠਾ। ਜਦੋਂ ਬਸੀਠ ਕਹਿੰਦੇ ਨੇ ਵਿਚੋਲੇ ਨੂੰ, ਜਦੋਂ ਗੁਰੂ ਵਿਚੋਲਾ ਬਣਿਆ, ਸਤਿਗੁਰੂ ਨੇ ਵਿਚੋਲਗੀ ਕੀਤੀ, ਸਾਨੂੰ ਅਲਪ ਬੁੱਧੀ ਵਾਲਿਆਂ ਨੂੰ ਉਸ ਅਕਾਲ ਪੁਰਖ ਦੀ ਸੋਝੀ ਕਰਵਾ ਦਿੱਤੀ, ਬਖਸ਼ਿਸ਼ ਕਰ ਦਿੱਤੀ। ਤਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਨ ਗੁਰ ਬਚਨ ਸੁਖਾਨੇ ਹੀਰੈ। ਪਰ ਕਦੋਂ ਹੋਇਆ? ਜਿਨ੍ਹਾਂ ਦੇ ਹਿਰਦੇ ਨੂੰ ਗੁਰੂ ਦੇ ਬਚਨ ਸੁਖਾ ਗਏ, ਚੰਗੇ ਲੱਗੇ। ਇਹ ਬੜੀ ਕੀਮਤੀ ਗੱਲ ਗੁਰੂ ਰਾਮਦਾਸ ਮਹਾਰਾਜ ਨੇ ਕਹੀ ਹੈ। ਵੇਖੋ, ਗੁਰੂ ਦਾ ਬਚਨ ਮਿੱਠਾ ਵੀ ਹੈ, ਅੰਮ੍ਰਿਤ ਵੀ ਹੈ, ਅਮੋਲਕ ਵੀ ਹੈ। ਪਰ ਸਵਾਲ ਇਹ ਹੈ ਵੀ ਮੇਰੇ ਮਨ ਨੂੰ ਉਹ ਸਿਖਾਉਂਦਾ ਹੈ ਕਿ ਨਹੀਂ ਸਿਖਾਉਂਦਾ। ਮੇਰੇ ਮਨ ਦੇ ਸੁਭਾਅ ਨੂੰ ਜੇ ਗੁਰੂ ਦਾ ਸ਼ਬਦ ਚੰਗਾ ਨਾ ਲੱਗਿਆ ਤਾਂ ਸਮਝੋ ਸਿਖਾਇਆ ਨਹੀਂ। ਸੁਖਾਣਾ ਸ਼ਬਦ ਅਸੀਂ ਆਮ ਵਰਤਦੇ ਹਾਂ, ਜਿਹੜੀ ਚੀਜ਼ ਸਾਨੂੰ ਰਾਸ ਨਾ ਹੋਵੇ, ਸਾਡੇ ਮੁਤਾਬਕ ਨਾ ਹੋਵੇ, ਸਾਨੂੰ ਕਦੇ ਕਦੇ ਡਿਸਟਰਬ ਕਰ, ਅਸੀਂ ਕਹਿੰਦੇ ਸਾਨੂੰ ਨਹੀਂ ਇਹ ਸਿਖਾਉਂਦੀ। ਕੋਈ ਖਾਣ ਵਾਲੀ ਚੀਜ਼, ਪਹਿਨਣ ਵਾਲੀ ਚੀਜ਼, ਕੋਈ ਗੱਲ ਐਸੀ ਹੋ ਜਾਏ,
ਅਸੀਂ ਕਹਿੰਦੇ ਸਾਨੂੰ ਇਹ ਗੱਲਾਂ ਸਿਖਾਉਂਦੀਆਂ ਨਹੀਂ, ਯਾਨੀ ਕਿ ਸਾਨੂੰ ਫਿੱਟ ਨਹੀਂ, ਸਾਨੂੰ ਚੰਗੀਆਂ ਨਹੀਂ ਲੱਗੀਆਂ, ਸਾਡੇ ਹਿਸਾਬ ਨਾਲ ਨਹੀਂ ਹਨ, ਇਸ ਕਰਕੇ ਅਸੀਂ ਕਹਿੰਦੇ ਚੀਜ਼ ਸਾਨੂੰ ਸਿਖਾਉਂਦੀ ਨਹੀਂ, ਰਾਸ ਨਹੀਂ ਆਈ। ਪਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਇਹ ਦਾਤ ਤਦੋਂ ਮਿਲੇਗੀ ਜਿਨ੍ਹਾਂ ਦੇ ਮਨ ਨੂੰ ਜਿਨ ਗੁਰ ਬਚਨ ਸੁਖਾਨੈ ਹੀਰੈ, ਜਿਨ੍ਹਾਂ ਦੇ ਹਿਰਦੇ ਨੂੰ ਗੁਰੂ ਦਾ ਬਚਨ ਸੁਖਾ ਜਾਏਗਾ, ਰਾਸ ਆ ਜਾਏਗਾ। ਤੇ ਜੇ ਮੇਰੇ ਮਨ ਨੂੰ ਰਾਸ ਨਾ ਆਇਆ ਤਾਂ ਉਹ ਦਾਤ ਮੈਨੂੰ ਨਸੀਬ ਨਹੀਂ ਹੋਏਗੀ, ਪ੍ਰਾਪਤ ਨਹੀਂ ਹੋਏਗੀ, ਜਿਹੜੀ ਗੁਰੂ ਦੇ ਸ਼ਬਦ ਰਾਹੀਂ ਮੈਨੂੰ ਪ੍ਰਾਪਤ ਹੋਣੀ ਹੈ, ਕਿਉਂਕਿ ਮੈਨੂੰ ਸੁਖਾਈ ਨਹੀਂ ਗੱਲ। ਇਸੇ ਨੂੰ ਕਬੀਰ ਸਾਹਿਬ ਜੀ ਨੇ ਕਿਹਾ ਵੀ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਚੂਕ ਦਾ ਅਰਥ ਹੁੰਦਾ ਹੈ ਭੁੱਲ। ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਵਸਾਉਣ ਵਿੱਚ ਚੂਕ ਕਿੱਥੇ ਹੈ, ਭੁੱਲ ਕਿੱਥੇ ਹੈ? ਸਿੱਖ ਦੇ ਅੰਦਰ, ਮੇਰੇ ਅੰਦਰ। ਗੁਰੂ ਦਾ ਬਚਨ ਤੇ ਪੂਰਾ ਹੀ ਹੈ। ਇਸ ਪੂਰੇ ਬਚਨ ਨੇ ਹੀ ਉਹਨਾਂ ਲੋਕਾਂ ਦਾ ਭਲਾ ਕੀਤਾ ਜਿਨ੍ਹਾਂ ਨੂੰ ਤੁਸੀਂ ਇਤਿਹਾਸ ਵਿੱਚ ਪੜ੍ਹਦੇ ਹੋ, ਕਿਉਂਕਿ ਉਹਨਾਂ ਨੂੰ ਇਹ ਗੱਲ ਸੁਖਾ ਗਈ, ਉਹਨਾਂ ਨੂੰ ਰਾਸ ਆ ਗਈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਨ ਗੁਰ ਬਚਨ ਸੁਖਾਨੇ ਹੀਰੈ ਤਿਨ ਆਗੈ ਆਣ ਪਰੀਠਾ। ਉਹਨਾਂ ਦੇ ਹਿਰਦੇ ਰੂਪੀ ਘਰ ਵਿੱਚ, ਉਹਨਾਂ ਦੇ ਜੀਵਨ ਮਾਰਗ ਵਿੱਚ ਅਕਾਲ ਪੁਰਖ ਦੀ ਮਿਲਾਪ ਦੀ ਘੜੀ ਆ ਗਈ। ਪਰ ਹੋਇਆ ਤਦੋਂ ਜਦੋਂ ਗੁਰੂ ਦਾ ਬਚਨ ਉਹਨਾਂ ਦੇ ਮਨ ਨੂੰ ਸੁਖਾ ਗਿਆ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਥਾਂ ਗੁਰੂ ਦੇ ਸ਼ਬਦ ਦੀ ਮਹਿਮਾ ਦਾ ਜ਼ਿਕਰ ਕਰਦਿਆਂ ਕਹਿੰਦੇ ਨੇ, ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਜਿਸ ਵਿੱਚ ਕੋਈ ਗੁਣ ਨਹੀਂ ਨਾ, ਤੁਹਾਡਾ ਬਚਨ, ਤੁਹਾਡਾ ਉਪਦੇਸ਼ ਜੇ ਐਸਾ ਮਨੁੱਖ ਪ੍ਰਵਾਨ ਕਰੇ, ਮੰਨ ਲਵੇ, ਉਸ ਨਿਰਗੁਣ ਆਰੇ ਦਾ ਉਗਣਾ ਤੋਂ ਜਿਹੜਾ ਰਹਿਤ ਹੈ ਬੰਦਾ ਪੂਰੀ ਤਰ੍ਹਾਂ ਨਾਲ, ਉਹਦਾ ਵੀ ਭਲਾ ਕਰਨ ਦੀ ਸਮਰੱਥਾ ਰੱਖਦੇ ਹਨ ਤੁਹਾਡੇ ਬੋਲ, ਤੁਹਾਡੀ ਬਾਣੀ, ਤੁਹਾਡਾ ਬਚਨ, ਤੁਹਾਡਾ ਉਪਦੇਸ਼। ਮਹਾ ਵਿਖਾਦੀ, ਵਿਖਾਦ ਝਗੜੇ ਖੜੇ ਕਰਨ ਵਾਲਾ ਸੁਭਾਅ, ਦੁਸ਼ਟ, ਭੈੜਾ, ਅਪਵਾਦੀ, ਵਾਦ ਉਲਝਣਾ ਖੜੀਆਂ ਕਰਨ ਵਾਲਾ ਸੁਭਾਅ ਤੇ ਪੁਨੀਤ ਸੰਗਾਰੇ। ਤੁਹਾਡੇ ਸ਼ਬਦ ਦੀ ਬਰਕਤ ਦੇ ਨਾਲ ਉਹ ਹਿਰਦੇ ਵੀ ਪਵਿੱਤਰ ਹੋ ਜਾਂਦੇ ਨੇ, ਉਹ ਜੀਵਨ ਵੀ ਚੰਗੇ ਭਲੇ ਤੇ ਕੀਮਤੀ ਬਣ ਜਾਂਦੇ ਨੇ, ਸਾਫ਼ ਹੋ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਝਗੜੇ, ਅਪਵਾਦ ਤੇ ਦੁਸ਼ਟਤਾਈ ਤੇ ਕੁੜਤਣ ਭਰੀ ਪਈ ਹੈ। ਹੁਣ ਐਸੀ ਮਹਿਮਾ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਦੇ ਬਚਨ ਦੀ, ਗੁਰੂ ਦੇ ਉਪਦੇਸ਼ ਦੀ ਬਿਆਨ ਕੀਤੀ ਹੈ। ਔਰ ਗੁਰੂ ਰਾਮਦਾਸ ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਨੇ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਗੁਰ ਪਾਦਰ ਮੁਕਤ ਜਨਾਵੇ ਕੋ। ਵੀ ਉਸ ਦਾ ਜੀਵਨ ਗੁਰੂ ਦੇ ਰਸਤੇ ਤੇ ਗੁਰੂ ਦੇ ਬਚਨ, ਕਿਉਂਕਿ ਉਹਨਾਂ ਨੇ ਕਿਹਾ ਬਚਨ ਹੀ ਸਤਿਗੁਰੂ ਹੈ, ਸਤਿਗੁਰੂ ਹੀ ਬਚਨ ਹੈ, ਭਾਵੇਂ ਓਤ-ਪੋਤ ਗੱਲ ਹੈ, ਇਹਨੂੰ ਅਲੱਗ-ਅਲੱਗ ਨਾ ਸਮਝੋ, ਇਹਦੀ ਆਇਡੈਂਟੀਟੀ ਵੱਖਰੀ ਵੱਖਰੀ ਨਹੀਂ। ਬਚਨ ਹੀ ਸਤਿਗੁਰੂ ਹੈ, ਕਿਉਂਕਿ ਗੁਰੂ ਨੇ ਆਪਣਾ ਆਪ ਗੁਰਮਹਿ ਆਪ ਸਮੋਏ ਸ਼ਬਦ ਵਰਤਾਇਆ। ਗੁਰੂ ਦਾ ਗਿਆਨ ਹੀ ਗੁਰੂ ਤੱਕ ਪਹੁੰਚਣ ਦਾ ਵਸੀਲਾ ਹੈ, ਤੇ ਗੁਰੂ ਦਾ ਗਿਆਨ ਹੀ ਅਕਾਲ ਪੁਰਖ ਤੱਕ ਪਹੁੰਚਣ ਦਾ ਵਸੀਲਾ ਹੈ। ਜਿਵੇਂ ਹਰ ਰਾਹ ਮੰਜ਼ਲ ਨਾਲ ਜੁੜਿਆ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਸ਼ਬਦ ਅਕਾਲ ਪੁਰਖ ਨਾਲ ਜੁੜਿਆ ਹੋਇਆ, ਕਿਉਂਕਿ ਸ਼ਬਦ ਦੇ ਵਸੀਲੇ ਤੋਂ ਬਿਨਾਂ, ਸਾਧਨ ਤੋਂ ਬਿਨਾਂ ਉਸ ਕਰਤੇ ਦੀ ਸੋਝੀ ਤੇ ਪ੍ਰਾਪਤੀ ਜੀਵ ਨੂੰ ਨਹੀਂ ਹੋ ਸਕਦੀ, ਕਤਈ ਨਹੀਂ। ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉੱਤਮ ਸ਼ਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ। ਹੁਣ ਵੇਖੋ ਤਿੰਨ ਗੱਲਾਂ ਕਹੀਆਂ, ਸੁਨਤ, ਕਮਾਵਤ, ਫਿਰ ਉਧਾਰ। ਪਹਿਲਾਂ ਸੁਣਨਾ ਤੇ ਕਮਾਉਣਾ, ਭਾਵ ਸੁਣ ਲੈਣਾ ਜਾਂ ਪੜ੍ਹ ਲੈਣਾ, ਇਹ ਇੱਕ ਕਿਰਿਆ ਚਾਹੁੰਦੇ ਨੇ। ਜੋ ਸੁਣ ਲਿਆ ਹੈ, ਜੋ ਪੜ੍ਹ ਲਿਆ, ਉਸ ਨੂੰ ਕਮਾ ਲਿਆ, ਅਪਲਾਈ ਕਰ ਲਿਆ, ਉਹਨੂੰ ਹੰਢਾਇਆ, ਉਹਦਾ ਤਜਰਬਾ ਕੀਤਾ ਆਪਣੇ ਜੀਵਨ ਵਿੱਚ। ਤੇ ਜਦੋਂ ਉਸ ਸੁਣੇ ਜਾਂ ਪੜ੍ਹੇ ਹੋਏ ਨੂੰ ਕਮਾ ਲਿਆ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕਾਂ ਨਿਸਤਾਰ। ਸਫਲ ਜੀਵਨ, ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਫਿਰ ਅੱਗੇ ਗੱਲ ਕਹੀ, ਜੈ ਜੈ ਸ਼ਬਦ ਅਨਾਹਦ ਵਾਜੈ। ਉਹਨਾਂ ਦੇ ਹਿਰਦੇ ਅੰਦਰੋਂ ਸਦਾ ਹੀ ਉਹ ਅਕਾਲ ਪੁਰਖ ਦੇ ਵਡਿਆਈ ਦੀ ਧੁਨ ਉੱਠਦੀ ਰਹਿੰਦੀ, ਉਹਦੀ ਵਡਿਆਈ ਨਾਲ ਜੁੜ ਗਏ। ਪਰ ਸਾਰਾ ਦਰੋਮਦਾਰ, ਸਾਰਾ ਬੇਸ ਤੇ ਮੁੱਢ ਕਿੱਥੇ ਹੈ? ਵੀ ਸਤਿਗੁਰੂ ਦੇ ਸਾਧ ਦੇ ਬਚਨ ਵਿੱਚ। ਇੱਥੇ ਸਾਧ ਦਾ ਮਤਲਬ ਗੁਰੂ ਹੈ। ਸੁਖਮਨੀ ਸਾਹਿਬ ਦੇ ਬੋਲ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ, ਉੱਤਮ ਸ਼ਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ।
आखदे ने बड़े अमोलक हाने बचन, बड़े कीमती हाने बोल। तो कबीर साहब जी ने बख्शिश करदियां होया क्या कहंदे, गग्गा गुर के बचन पछाना। गुरु दे बचन राही उस अकाल पुरख दी पछाण आ गई, समझ आ गई, सोझी आ गई। फिर दूजी बात ना धरी कंन, हुण उस अकाल पुरख दे नाम तो बिना दूजी गल कंन ते नहीं धरदा। भाव हुण लगन होर पासे नहीं लगदी, सुरत हुण उन्हां विकारां वाले पासे नहीं जांदी। सुरत दा जिहड़ा संबंध है, जिहड़ी अंदरों लगन है, हुण केवल करते दी याद नाल, रब्बी गुणा नाल बन गई है। और कबीर साहब ने कहा रहै बेहंगम। बेहंगम कहंदे ने पंछी नूं, संस्कृत विचों यह शब्द सफर करके आया। बेहंगम दा भाव है पंछी, कतै ना जाई। कहंदे ने हुणे मन पंछी बन गए ते भटकदा नहीं। दो गल्लां कह दित्तियां। ये हुंदे ने दोहरे भाव किसी गल नूं बयान करन वास्ते ये शब्द इस तरह वरते। हुण बेहंगम दा भाव हुंदा है पंछी। पंछी जिहड़ा है वो तुसीं कदे उहनूं टाहणी उत्ते दरखत उत्ते बैठिया वेखो, एक टाहणी ते, दूजी ते, तीजी ते, चौथी ते, टेक के कदे एक टाहणी ते नहीं बैठेगा। बार बार टाहणियां बदलदा रहेगा, फिर खुले आसमान में उड़ जाएगा, फिर आके दरखत ते बैठ जाएगा, फिर दूजी, तीजी, चौथी, इस तरह टाहणियां दे उत्ते उडारियां मार मार के बहिंदा रहेगा। भाव जिहड़ा वैरागी, विरक्त ते अतीत है, जिहड़ा विकारां नाल सांझ नहीं पाउंदा, सगों चलदा रहिंदा है। बेहंगम पंछी दी इस बिरती वल वेख के ਜਿਹੜੇ साधु लोग, महात्मा लोग, ਜਾਂ ਜਿਹੜੇ लोग धार्मिक, ਜਿਹੜੇ ਕਹਿੰਦੇ ਸਨ ਅਸੀਂ ਤਿਆਗੀ ਹਾਂ, ਅਸੀਂ ਕਿਸੇ ਚੀਜ਼ ਨਾਲ ਪੱਕਾ, ਉਹਨਾਂ ਨੇ ਇਹ ਸ਼ਬਦ ਆਪਣੇ ਨਾਮ ਜੋੜਿਆ ਵੀ ਇਹ ਬੇਹੰਗਮ ਸਾਧੂ ਨੇ। ਭਾਵੇਂ ਤੁਰਦੇ ਫਿਰਦੇ ਰਹਿੰਦੇ ਨੇ, ਇੱਕ ਥਾਂ ਤੇ ਨਹੀਂ ਖਲੋਂਦੇ। ਇਹ ਕਿਸੇ ਪਦਾਰਥ ਨਾਲ, ਵਸਤੂ ਨਾਲ ਪੱਕੀ ਸਾਂਝ ਨਹੀਂ ਗੰਢਦੇ। ਬਸ ਇੱਥੇ ਰੁਕੇ, ਇਥੋਂ ਅੱਗੇ ਚਲੇ ਗਏ, ਅੱਗੇ ਚਲੇ ਗਏ, ਅੱਗੇ ਚਲੇ ਗਏ। ਭਾਵ ਕਿਸੇ ਚੀਜ਼ ਨਾਲ ਮੋਹ ਨਹੀਂ। उन्होंने ने भी यह शब्द अपने नाल इस रूप विच वरतना आरंभ किया। इत्थे भाव जिहड़ा कबीर साहब दा भी रहै बेहंगम कतै ना जाई दा भाव है भी उन्हां दा हिरदा रूप पंछी जिहड़ा है तो फिर किसी विकार उत्ते बैठ के उहदा स्वाद नहीं माणदा, वो उन्हां विकारां तो अगे तुरिया जांदा है। भाव वो अतीत हो गया, वैरागी हो गया, उन्हें मोह नहीं पाया, वो लोभ विच नहीं ग्रसिया गया। ਉਹਦਾ मन उपराम हो गया जिसने गुरु के शब्द राही सच की पछाण कर लई। दूजी बात ना धरई करना, हुण होर पासे दी लगन लई लाई, जिवें पंछी एक टाहणी ते घंटियां बद्धी नहीं बैठदा। इसे तरह जीवन नूं काम दी लोड़ सी, उहने काम दी संजम नाल गृहस्थ विच वरतों कीती, पर काम विच सुरत नूं मैला नहीं कीता, अगे चल पिया। जीवन विच वीर रस की लोड़ सी, अपनी होंद नूं बचाउण वास्ते उहने क्रोध नूं वीर रस विच वरतिया, पर क्रोध विच अपनी आत्मा नूं, अपने जीवन ते समाज नूं तबाह नहीं कीता, अगे चल पिया। अपनी आइडेंटिटी, अपनी पछाण नाल प्यार करना ये कुदरत ने हर एक पशु, पंछियां ते मनुखां दे अंदर पाया है, पर उसने अपने आप ते, अपनी होंद उत्ते ते माण कीता, पर हंकार वस किसी दी होंद ते किसी दे वजूद नूं मिटाउण वाला गुनाह ते जुल्म नहीं कीता, हंकार वस अगे चल पिया। यह है भी वो एक एक टाहणी उत्ते बैठदा है, पर अगे तो अगे किसी विच खचत नहीं हुंदा। जिवें घंटियां बद्धी पंछी एक टाहणी ते नहीं ना बैठ सकदा, उहदे सुभाਅ च है, चंचलताई है। इसे तरह मन हुण विकारां वाले पासे चंचल हो गया। ਉਹ ਵਿਕਾਰਾਂ ਨੂੰ ਜਿਹੜੀਆਂ ਚੀਜ਼ਾਂ ਕੁਦਰਤ ਨੇ ਸਾਨੂੰ ਦਿੱਤੀਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੀ ਉਹ ਆਪਣੇ ਜੀਵਨ 'ਚ ਵਰਤੋਂ ਤੇ ਕਰਦਾ ਮਰਿਆਦਾ ਪੂਰਵਕ, ਪਰ ਕਿਸੇ 'ਚ ਡੁੱਬਦਾ ਨਹੀਂ, ਕਿਸੇ 'ਚ ਆਤਮਕ ਮੌਤੇ ਨਹੀਂ ਮਰਦਾ, ਕਿਸੇ ਵੀ ਵਿਕਾਰ ਵਿੱਚ ਖਚਤ ਹੋ ਕੇ ਔਗਣਿਆਰਾ ਨਹੀਂ ਬਣਦਾ, ਵਿਕਾਰੀ ਤੇ ਕਿਰਦਾਰ ਨੂੰ ਮਲੀਨ ਨਹੀਂ ਕਰਦਾ। ਇਸ ਨੂੰ ਮਹਾਰਾਜ ਨੇ ਕਿਹਾ ਵੀ ਉਹਦਾ ਹੁਣ ਜੀਵਨ ਪੰਛੀ ਵਰਗਾ ਹੋ ਗਿਆ। ਕਤੈ ਨਾ ਜਾਈ, ਉਹ ਹੁਣ ਵਿਕਾਰਾਂ ਦੇ ਚਸਕੇ ਵਿੱਚ ਨਹੀਂ ਜਾਂਦਾ, ਕਿਸੇ ਵੀ ਵਿਕਾਰ ਦੇ ਚਸਕੇ ਵਿੱਚ ਨਹੀਂ ਪੈਂਦਾ, ਸਗੋਂ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਵਰਤਦਾ ਜ਼ਰੂਰ ਹੈ। ਹੁਣ ਇੱਕ ਬਚਨ ਹੋਰ ਸਾਂਝਾ ਕਰ ਲਵਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਮਨ ਦੀ ਚੰਚਲਤਾ ਬਾਰੇ, ਇਹਦੇ ਬਾਰੇ ਇਹਨੂੰ ਪੰਛੀ ਨਾਲ ਤੁਲਨਾ ਵੀ ਦਿੱਤੀ। ਕਬੀਰ ਮਨ ਪੰਖੀ ਭਇਓ, ਉਹ ਡੁੱਡਦਾ, ਉੱਥੇ ਦੂਜੇ ਸੁਭਾਅ ਦਾ ਜ਼ਿਕਰ ਕੀਤਾ ਵੀ ਚੰਚਲ ਹੈ, ਟਿਕਦਾ ਨਹੀਂ, ਵਿਚਾਰਦਾ ਨਹੀਂ, ਸਹਿਜ ਵਿੱਚ ਨਹੀਂ ਆਉਂਦਾ।
ਉੱਥੇ ਭਟਕਣਾ ਦਾ ਪ੍ਰਮਾਣ ਦ੍ਰਿਸ਼ਟਾਂਤ ਵਰਤਿਆ ਹੈ ਤੇ ਉੱਥੇ ਵੀ ਉਦਾਹਰਣ ਪੰਛੀ ਦੀ ਵਰਤੀ ਹੈ। ਪਰ ਇੱਥੇ ਉਸੇ ਉਦਾਹਰਣ ਦਾ ਦੂਜਾ ਪੱਖ ਲੈ ਕੇ ਕਬੀਰ ਸਾਹਿਬ ਜੀ ਨੇ ਗੱਲ ਕੀਤੀ ਹੈ। ਵੇਖੋ, ਇਹ ਵੀ ਉਦਾਹਰਣ ਕਬੀਰ ਸਾਹਿਬ ਦੀ ਹੈ, ਉਹ ਵੀ ਉਦਾਹਰਣ ਕਬੀਰ ਸਾਹਿਬ ਦੀ ਹੈ, ਪਰ ਇੱਕ ਉਦਾਹਰਣ ਦਾ ਕੇਵਲ ਇੱਕ ਜਗ੍ਹਾ ਤੇ ਇੱਕੋ ਪੱਖ ਸਮਝਿਆ ਜਾਂਦਾ ਹੈ। ਇੱਥੇ ਇਹ ਉਦਾਹਰਣ ਵਰਤੀ ਹੈ ਕਬੀਰ ਸਾਹਿਬ ਨੇ ਪੰਛੀ ਦੇ ਇਸ ਗੁਣ ਦੀ ਵੀ ਜਿਵੇਂ ਉਹ ਸਾਂਝ ਨਹੀਂ ਬਣਾਉਂਦਾ ਕਿਸੇ ਟਾਹਣੀ ਦੇ ਨਾਲ ਪੱਕੇ ਰੂਪ ਵਿੱਚ, ਇਸੇ ਤਰ੍ਹਾਂ ਮਨ ਜਿਹੜਾ ਹੈ ਉਹ ਕਿਸੇ ਵਿਕਾਰ ਵਿੱਚ ਲੀਨ ਨਹੀਂ ਹੁੰਦਾ, ਖਚਤ ਨਹੀਂ ਹੁੰਦਾ, ਉਹਦੇ ਵਿੱਚ ਗਵਾਚਦਾ ਨਹੀਂ, ਕਿਰਦਾਰ ਨੂੰ ਮੈਲਾ ਨਹੀਂ ਕਰਦਾ। ਬਸ ਉਹ ਕੁਦਰਤ ਦੀਆਂ ਦਿੱਤੀਆਂ ਇਹ ਤਾਕਤਾਂ ਨੂੰ ਵਰਤਦਾ ਜ਼ਰੂਰ ਹੈ ਜੋ ਕਿ ਰੱਬ ਨੇ ਸਾਨੂੰ ਸਾਰਿਆਂ ਨੂੰ ਦਿੱਤੀਆਂ ਨੇ। ਹੁਣ ਤੁਸੀਂ ਅੰਦਾਜ਼ਾ ਲਾਓ, ਮੈਂ ਅੱਗੇ ਵੀ ਇਹ ਬੇਨਤੀ ਕੀਤੀ, ਮੋਹ ਨਾ ਹੋਵੇ ਤੇ ਸਾਡੀ ਕੋਈ ਆਪਸ ਚ ਸਾਂਝ ਨਹੀਂ ਰਹਿ ਜਾਏਗੀ। ਅਸੀਂ ਸਾਰੇ ਐਨ ਪੱਥਰ ਦਿਲ, ਜ਼ਾਲਮ ਤੇ ਕਠੋਰ, ਬਿਨਾਂ ਕਿਸੇ ਜਜ਼ਬਾਤ ਤੋਂ। ਕਿਸੇ ਦਾ ਦੁੱਖ ਵੇਖ ਕੇ ਜਦੋਂ ਸਾਡੇ ਮਨ ਅੰਦਰ ਰੰਜ ਉੱਠਦਾ ਹੈ, ਅਸੀਂ ਭਾਵੁਕ ਹੁੰਦੇ ਹਾਂ, ਇਹਦਾ ਮਤਲਬ ਸਾਡੇ ਅੰਦਰ ਕੁਝ ਹੈ ਜਿਹੜਾ ਸਾਨੂੰ ਮਹਿਸੂਸ ਕਰਾਉਂਦਾ ਹੈ ਕਿਸੇ ਦਾ ਦੁੱਖ। ਅਸੀਂ ਸਾਰੇ ਇੱਕ ਦੂਸਰੇ ਨਾਲ, ਸਾਡਾ ਕਿਸੇ ਨਾਲ ਰਿਸ਼ਤਾ ਹੈ, ਪਰਿਵਾਰ ਦਾ ਰਿਸ਼ਤਾ, ਖੂਨ ਦਾ ਹੈ, ਕਿਸੇ ਨਾਲ ਵਿਚਾਰ ਦਾ ਰਿਸ਼ਤਾ ਹੈ, ਕਿਸੇ ਨਾਲ ਦੇਸ਼ ਦਾ ਰਿਸ਼ਤਾ ਹੈ, ਕਿਸੇ ਨਾਲ ਸਾਡਾ ਧਰਮ ਦਾ ਰਿਸ਼ਤਾ ਹੈ। ਇਹ ਜਿੰਨੇ ਵੀ ਰਿਸ਼ਤੇ ਨੇ ਸੰਸਾਰ ਵਿੱਚ ਆਪਾਂ ਸਾਰੇ ਨਿਭਾ ਰਹੇ ਹਾਂ, ਪਰ ਸਾਨੂੰ ਦਰਦ ਆਉਂਦਾ ਹੈ ਜਦੋਂ ਕੋਈ ਸਾਡੇ ਨਾਲ ਸੰਬੰਧ ਰੱਖਣ ਵਾਲਾ ਜਾਂ ਜਦੋਂ ਕੋਈ ਸਾਡੇ ਜਿਹਾ, ਸਾਡੀ ਭਾਸ਼ਾ ਬੋਲਣ ਵਾਲਾ, ਸਾਡੇ ਵਰਗਾ ਪਹਿਰਾਵਾ ਪਹਿਨਣ ਵਾਲਾ, ਸਾਡੇ ਧਰਮ ਤੇ ਸਾਡੀ ਕੌਮੀਅਤ ਨਾਲ ਸੰਬੰਧ ਰੱਖਣ ਵਾਲਾ, ਸਾਡੇ ਮੁਲਕ ਨਾਲ ਸੰਬੰਧ ਰੱਖਣ ਵਾਲਾ, ਸਾਡੇ ਪਰਿਵਾਰ ਜਾਂ ਰਿਸ਼ਤੇ ਨਾਲ ਸੰਬੰਧ ਰੱਖਣ ਵਾਲਾ, ਜਾਂ ਫਿਰ ਅਸੀਂ ਮਨੁੱਖਾਂ, ਸਾਡੇ ਵਰਗਾ ਕੋਈ ਮਨੁੱਖ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਹੋਵੇ, ਉਹਦੇ ਨਾਲ ਕੋਈ ਦੁਰਘਟਨਾ ਵਾਪਰੇ, ਸਾਡੇ ਮਨ ਨੂੰ ਮਹਿਸੂਸ ਹੁੰਦਾ ਹੈ। ਉਹ ਕਿਉਂ ਹੁੰਦਾ ਹੈ? ਸਾਡੇ ਨਾਲ ਤੇ ਨਹੀਂ ਹੋਈ ਗੱਲ, ਹੋਈ ਤੇ ਕਿਸੇ ਹੋਰ ਨਾਲ ਹੈ। ਪਰ ਕਿਉਂ ਮਹਿਸੂਸ ਹੋਇਆ? ਕਿਉਂਕਿ ਸਾਡੇ ਅੰਦਰ ਕੁਦਰਤ ਨੇ ਮੋਹ ਦੀ ਜਿਹੜੀ ਖਿੱਚ ਪਾਈ ਹੈ, ਉਹ ਸਾਨੂੰ ਵਿਚਲਿਤ ਕਰਦੀ ਹੈ, ਬੇਚੈਨ ਕਰ ਦਿੰਦੀ ਹੈ। ਜੇ ਚੀਜ਼ ਨਾ ਹੋਵੇ ਸਾਡੇ ਜੀਵਨ ਵਿੱਚ, ਤੁਸੀਂ ਅੰਦਾਜ਼ਾ ਲਾਓ, ਸਾਡੇ ਸਾਹਮਣੇ ਹੀ ਸਾਰਾ ਕੁਝ ਹੁੰਦਾ ਰਹੇ, ਸਾਨੂੰ ਕੋਈ ਫਰਕ ਨਹੀਂ ਪਏਗਾ। ਸਾਡੇ ਪਰਿਵਾਰ ਤੇ ਵੀ ਜ਼ੁਲਮ ਹੋਏਗਾ, ਸਾਨੂੰ ਕੋਈ ਫਰਕ ਨਹੀਂ ਪਏਗਾ। ਇਹ ਮੋਹ ਕਰਕੇ ਹੈ। ਔਰ ਇਸ ਮੋਹ ਨੇ ਵੇਖੋ ਸਾਰੇ ਸੰਸਾਰ ਨੂੰ ਇੱਕ ਦੂਜੇ ਨਾਲ ਜੋੜ ਕੇ ਰੱਖਿਆ ਹੋਇਆ। ਗੁਰੂ ਮਹਾਰਾਜ ਨੇ ਐਵੇਂ ਬਾਣੀ 'ਚ ਨਹੀਂ ਆਖਿਆ, ਹੇ ਕਰਤੇ ਤੂੰ ਮੋਹ ਮਿੱਠਾ ਲਾਇਆ ਹੈ, ਮੋਹ ਮਿੱਠਾ ਕਰਕੇ ਲਾ ਦਿੱਤਾ ਹੈ ਸੰਸਾਰ ਨੂੰ। ਇਹ ਮਿਠਾਸ ਹੈ ਜਿਹੜੀ ਸਾਨੂੰ ਚੰਗੀ ਲੱਗਦੀ ਔਰ ਸੰਸਾਰ ਦੇ ਭਲੇ ਵਿੱਚ ਹੈ। ਪਰ ਜਦੋਂ ਇਸੇ ਮੋਹ ਦੇ ਵਸ ਵਿੱਚ ਪੈ ਕੇ ਇਹ ਜਦੋਂ ਵਿਕਾਰ ਬਣ ਜਾਏ, ਇਹੋ ਹੀ ਮੋਹ, ਫਿਰ ਬੰਦਾ ਆਪਣੇ ਬਾਰੇ ਸੋਚਦਾ, ਉਹ ਮੋਹ ਸਵਾਰਥ ਬਣ ਜਾਂਦਾ ਹੈ ਕਿ ਮੈਂ ਆਪਣੇ ਬਾਰੇ ਸੋਚਦਾ, ਦੂਜੇ ਬਾਰੇ ਨਹੀਂ। ਉੱਥੇ ਜਾ ਕੇ ਮਹਾਰਾਜ ਨੇ ਆਖਿਆ, ਇਸ ਮੋਹ ਨੂੰ ਤੂੰ ਵਿਕਾਰ ਬਣਾ ਲਿਆ, ਇਸ ਨੂੰ ਆਪਣੇ ਅੰਦਰੋਂ ਕੱਢ ਦੇ। ਤਾਂ ਬੜੀਆਂ ਐਸੀਆਂ ਸੂਖਮ ਗੱਲਾਂ ਨੇ, ਜਦੋਂ ਅਸੀਂ ਇਹਨਾਂ ਵਿਕਾਰਾਂ ਦੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਥਾਂ ਤਾਂ ਮਹਾਰਾਜ ਨੇ ਕਿਹਾ ਵੀ ਇਹਨਾਂ ਨੂੰ ਛੱਡ ਦਿਓ, ਇਹਨਾਂ ਤੋਂ ਉੱਪਰ ਉੱਠੋ। ਇੱਕ ਥਾਂ ਮਹਾਰਾਜ ਨੇ ਕਿਹਾ ਵੀ ਰੱਬ ਦੀ ਤੁਹਾਨੂੰ ਦੇਣ ਹੈ। ਦੋਵੇਂ ਬਚਨ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਨੇ ਕਿ ਲੋਭ ਅੰਤਰ ਜਨਤਾ ਪਾਇਆ, ਰੱਬ ਨੇ ਆਪ ਜੀਵ ਦੇ ਅੰਦਰ ਲੋਭ ਪਾਇਆ, ਰੱਬ ਨੇ ਆਪ ਸਾਡੇ ਅੰਦਰ ਮੋਹ ਟਿਕਾਇਆ, ਮੋਹ ਮੀਠਾ ਲਾਇਆ, ਰੱਬ ਨੇ ਆਪ ਸਾਡੇ ਜੀਵਨ ਦੇ ਵਿੱਚ ਹਉਮੈ ਪਾਈ ਹੈ। ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ। ਇਹਦਾ ਮਤਲਬ ਜਦੋਂ ਕਰਤੇ ਨੇ ਸਾਡੇ ਅੰਦਰ ਇਹ ਸਾਰਾ ਕੁਝ ਪਾਇਆ ਹੈ ਤੇ ਉਹਦੀ ਬਣਾਵਟ ਨੂੰ ਮੈਂ ਬਦਲਾਂ ਜਾਂ ਤੁਸੀਂ ਬਦਲੋ, ਇਹ ਸਾਡੇ ਵੱਸ ਦੀ ਤਾਂ ਖੇਡ ਹੈ ਹੀ ਨਹੀਂ। ਜਦੋਂ ਬਣਾਉਣ ਵਾਲਾ ਉਹ ਹੈ, ਬਣਤਰ ਉਸਨੇ ਬਣਾਈ ਹੈ ਤੇ ਇਹ ਚੀਜ਼ਾਂ ਉਹਨੇ ਸਾਡੀ ਬਣਤਰ ਵਿੱਚ ਪਾ ਦਿੱਤੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਇਹਨਾਂ ਚੀਜ਼ਾਂ ਨੂੰ ਵਿਕਾਰ ਵਿੱਚ ਨਾ ਬਦਲਣ ਦੇ। ਵਿਕਾਰ ਦਾ ਮਤਲਬ ਹੈ ਰੋਗ। ਇਹ ਚੀਜ਼ ਬਿਮਾਰੀ ਨਾ ਬਣ ਜਾਏ ਤੇਰੇ ਵਾਸਤੇ। ਇਹ ਮੈਂ ਅੱਗੇ ਵੀ ਉਦਾਹਰਣ ਸਾਂਝੀ ਕੀਤੀ ਹੈ ਵੀ ਸਾਡਾ ਸਰੀਰ ਜਿਹੜਾ ਹੈ ਨਾ, ਉਹਦੇ ਅੰਦਰ ਪਾਣੀ ਦੀ ਮਾਤਰਾ ਸਰੀਰ ਦੇ ਹਿਸਾਬ ਨਾਲ ਮੈਡੀਕਲ ਸਾਇੰਸ ਕਹਿੰਦੀ ਹੈ ਵੀ ਹੋਣਾ ਬਹੁਤ ਜ਼ਰੂਰੀ ਹੈ। ਪਰ ਜੇ ਉਹੀ ਪਾਣੀ ਦੀ ਮਾਤਰਾ ਸਰੀਰ ਚੋਂ ਘਟ ਜਾਏ ਨਾ, ਤਾਂ ਸਰੀਰ ਤਾਂ ਵੀ ਡਿਸਟਰਬ ਹੋ ਜਾਂਦਾ ਹੈ, ਬਿਮਾਰ ਹੋ ਜਾਂਦਾ ਹੈ। ਜੇ ਵੱਧ ਜਾਏ ਤੇ ਤਾਂ ਵੀ ਪ੍ਰੋਬਲਮ ਹੋ ਜਾਂਦੀ ਹੈ। ਟੈਂਪਰੇਚਰ ਹੈ ਜਿਹਦੇ ਨਾਲ ਅਸੀਂ ਜੋ ਖਾਂਦੇ ਹਾਂ ਸਾਡਾ ਪਚ ਜਾਂਦਾ ਹੈ, એનર્ਜੀ ਮਿਲਦੀ ਹੈ ਸਾਨੂੰ, ਜਿਹਨੂੰ ਅਸੀਂ ਤਾਪ ਕਹਿੰਦੇ ਹਾਂ, ਗਰਮੀ ਕਹਿੰਦੇ ਹਾਂ। ਉਹ ਗਰਮੀ ਵੱਧ ਜਾਏ ਤਾਂ ਵੀ ਸਰੀਰ ਰੋਗੀ ਹੋਏਗਾ, ਜੇ ਘਟ ਜਾਏ ਤਾਂ ਵੀ ਪ੍ਰੋਬਲਮ ਹੋਏਗੀ। ਯਾਨੀ ਕਿ ਸਰੀਰ ਦੇ ਵਿੱਚ ਜਿਹੜੀਆਂ ਇਹ ਕੁਦਰਤ ਨੇ ਸਾਡੇ ਸਰੀਰ ਨੂੰ ਚੱਲਦਿਆਂ ਰੱਖਣ ਲਈ ਤਾਕਤਾਂ ਪੈਦਾ ਕੀਤੀਆਂ ਨੇ,
ਸਾਡੀ ਬਣਤਰ ਵਿੱਚ ਜਿਹੜੇ ਸੁਭਾਅ ਕੁਦਰਤੀ ਪਾਏ ਹੋਏ ਨੇ, ਉਹਨਾਂ ਦਾ ਘਟਣਾ ਜਾਂ ਵੱਧ ਜਾਣਾ, ਲੋੜ ਤੋਂ ਇੱਧਰ ਉੱਧਰ ਹੋ ਜਾਣਾ, ਉਹ ਦੋਵੇਂ ਚੀਜ਼ਾਂ ਹੀ ਸਰੀਰ ਨੂੰ ਬਿਮਾਰ ਕਰ ਦਿੰਦੀਆਂ ਨੇ। ਇਸੇ ਤਰ੍ਹਾਂ ਇਹ ਵਿਕਾਰ ਨੇ ਵੀ ਸਾਡੀ ਬਣਤਰ ਵਿੱਚ ਕੁਦਰਤ ਨੇ ਪਾਏ ਨੇ। ਇਹਨਾਂ ਵਿਕਾਰਾਂ ਨੂੰ ਘਟਾ ਲੈਣਾ, ਯਾਨੀ ਕਿ ਇਹਨਾਂ ਨੂੰ ਛੱਡਣ ਦੀ ਕੋਸ਼ਿਸ਼ ਵਿੱਚ ਲੱਗ ਜਾਣਾ ਵੀ ਜੀਵਨ ਨੂੰ ਤਬਾਹ ਕਰਦਾ ਹੈ। ਤੇ ਇਹਨਾਂ ਵਿਕਾਰਾਂ ਨੂੰ ਰੋਗ ਬਣਾ ਲੈਣਾ, ਯਾਨੀ ਕਿ ਇਹਨਾਂ ਵਿੱਚ ਹੀ ਡੁੱਬੇ ਰਹਿਣਾ ਤੇ ਖਚਤ ਹੋ ਜਾਣਾ, ਇਹ ਵੀ ਸਰੀਰ ਨੂੰ, ਜੀਵਨ ਨੂੰ ਡਿਸਟਰਬ ਕਰਦਾ ਹੈ, ਸੁਸਾਇਟੀ ਨੂੰ ਡਿਸਟਰਬ ਕਰਦਾ ਹੈ। ਇਸ ਵਾਸਤੇ ਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਸੰਜਮ ਤੇ ਮਰਿਆਦਾ ਵਿੱਚ ਲਿਆਉਣ ਦੀ, ਧਰਮ ਦਾ ਮਤਲਬ ਇਹ ਹੈ ਵੀ ਮਰਿਆਦਾ ਵਿੱਚ ਰਹੋ। ਇਸ ਚੀਜ਼ ਨੂੰ ਮਰਿਆਦਾ ਚ, ਆਪਣੇ ਸਾਰੇ ਜੀਵਨ ਨੂੰ ਮਰਿਆਦਾ ਵਿੱਚ ਲਿਆਓ। ਜਦੋਂ ਸਾਡਾ ਜੀਵਨ ਗੁਰੂ ਦੇ ਬਚਨ ਰਾਹੀਂ ਇਸ ਮਰਿਆਦਾ ਵਿੱਚ ਆ ਜਾਂਦਾ ਹੈ ਤਾਂ ਫਿਰ ਅਸੀਂ ਨਾ ਤਾਂ ਵਿਕਾਰੀ ਹੁੰਦੇ ਹਾਂ ਤੇ ਨਾ ਹੀ ਇਹਨਾਂ ਵਿਕਾਰਾਂ ਤੋਂ ਸਾਨੂੰ ਕੋਈ ਖਿਝ ਹੁੰਦੀ ਹੈ, ਮੁਸ਼ਕਲ ਹੁੰਦੀ ਹੈ। ਹੁਣ ਜਿੰਨੇ ਮਹਾਨ ਲੋਕ ਨੇ, ਅਸੀਂ ਵੇਖ ਸਤਿਗੁਰੂ ਪਾਤਸ਼ਾਹ ਦਾ ਜੀਵਨ ਆਪਾਂ ਲੈ ਲਈਏ, ਜਿਨ੍ਹਾਂ ਤੋਂ ਆਪਾਂ ਸਭ ਤੋਂ ਵਧੇਰੇ ਪ੍ਰਭਾਵਿਤ ਹਾਂ ਔਰ ਜਿਹੜੇ ਸਾਡੇ ਆਦਰਸ਼ ਨੇ, ਉਹ ਗ੍ਰਸਤੀ ਵੀ ਸਨ, ਕਿਰਤੀ ਵੀ ਸਨ, ਉਹਨਾਂ ਦੇ ਰਿਸ਼ਤੇ ਵੀ ਸਨ, ਉਹ ਸਾਨੂੰ ਪਿਆਰ ਕਰਦੇ ਸਨ, ਤਾਂ ਹੀ ਉਹਨਾਂ ਆਪਣਾ ਉਪਦੇਸ਼ ਦਿੱਤਾ। ਨਹੀਂ ਤੇ ਕੌਣ ਇੰਨੀ ਦੂਰ ਦੂਰ ਤੱਕ ਲੋਕਾਂ ਨੂੰ ਸਮਝਾਉਣ ਜਾਂਦਾ ਹੈ। ਅਸੀਂ ਕਹਿੰਦੇ ਹਾਂ ਛੱਡੋ ਪਰੇ, ਸਾਨੂੰ ਕੀ, ਬੁਰਾ ਹੋਏਗਾ ਤੇ ਇਹਦਾ ਹੋਏਗਾ, ਅਸੀਂ ਕੀ ਵਿੱਚੋਂ ਲੈਣਾ। ਕੋਈ ਜਜ਼ਬਾਤ ਨੇ ਅੰਦਰ, ਕੋਈ ਭਾਵਨਾ ਹੈ ਅੰਦਰ, ਸਾਨੂੰ ਉਹਨਾਂ ਨੇ ਕੁਝ ਸਮਝਿਆ ਹੈ ਆਪਣਾ, ਤਾਂ ਇਸ ਕਰਕੇ ਉਹ ਸਾਡੇ ਭਲੇ ਵਾਸਤੇ ਇੰਨਾ ਕੁਝ ਕਰਦੇ ਨੇ। ਭਾਵ ਹੈ ਕਿ ਸਾਰੀਆਂ ਚੀਜ਼ਾਂ ਕੁਦਰਤ ਦੀਆਂ ਉਹਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਮੌਜੂਦ ਨੇ ਜਿਸ ਤਰ੍ਹਾਂ ਸਾਡੇ 'ਚ ਨੇ, ਪਰ ਉਹਨਾਂ ਸਾਨੂੰ ਜਾਚ ਸਿਖਾਈ ਵੀ ਧਰਮੀ ਹੋ ਜਾਓ। ਧਰਮੀ ਹੋ ਜਾਓਗੇ ਤੇ ਸਾਰੀਆਂ ਚੀਜ਼ਾਂ ਤੁਹਾਡੇ ਫਾਇਦੇ 'ਚ ਆ ਜਾਣਗੀਆਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਅਗਾਹ ਗਹਿ, ਅਗਾਹ ਦਾ ਅਰਥ ਹੁੰਦਾ ਹੈ ਜਿਸ ਨੂੰ ਗਹਿਆ ਫੜਿਆ ਨਾ ਜਾ ਸਕੇ। ਫੇਰ ਇਹ ਮਨ ਜਦੋਂ ਨਿਜ ਘਰ ਵਿੱਚ ਟਿਕ ਜਾਂਦਾ ਹੈ, ਉਸ ਅਕਾਲ ਪੁਰਖ ਨੂੰ ਜਿਸ ਨੂੰ ਅਸੀਂ ਵਿਕਾਰਾਂ ਰਾਹੀਂ, ਜਿਸ ਨੂੰ ਅਸੀਂ ਕਰਮ ਕਾਂਡਾਂ ਰਾਹੀਂ ਫੜਨ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਨੂੰ, ਰੱਬ ਨੂੰ ਅਸੀਂ ਆਪਣੀਆਂ ਚਲਾਕੀਆਂ ਤੇ ਚਤੁਰਾਈਆਂ ਰਾਹੀਂ ਫੜਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਉਹ ਅਸੀਂ ਆਪਣੇ ਨਿਜ ਘਰ ਵਿੱਚ ਟਿਕ ਕੇ ਹੀ ਉਸ ਨੂੰ ਫੜ ਲੈਂਦੇ ਹਾਂ, ਭਾਵ ਉਸ ਨੂੰ ਪ੍ਰਾਪਤ ਕਰ ਲੈਂਦੇ ਹਾਂ। ਜਿਹੜਾ ਰੱਬ ਅਸੀਂ ਬਾਹਰੀ ਚਲਾਕੀਆਂ, ਚਤੁਰਾਈਆਂ, ਵਹਿਮ, ਭਰਮ, ਕਰਮ ਕਾਂਡ ਕਰਕੇ ਇਹਨਾਂ ਰਾਹੀਂ ਹਾਸਲ ਕਰਨਾ ਚਾਹੁੰਦੇ ਹਾਂ ਨਾ, ਕਿਉਂਕਿ ਅਸੀਂ ਬਾਹਰ ਮੁਖੀ ਹੋ ਕੇ ਸਾਰੇ ਕੰਮ ਕਰਦੇ ਹਾਂ, ਸਾਨੂੰ ਲੱਗਦਾ ਹੈ ਰੱਬ ਬਾਹਰ ਹੈ, ਵੱਧ ਤੋਂ ਵੱਧ ਰਸਮਾਂ ਵੀ ਬਾਹਰ ਹੀ ਕਰੋ, ਕਿਉਂਕਿ ਇਹਨਾਂ ਰਸਮਾਂ ਤੋਂ ਖੁਸ਼ ਹੋ ਕੇ ਸਾਨੂੰ ਮਿਲ ਜਾਏਗਾ। ਪਰ ਗੁਰਮਤਿ ਨੇ ਆਖਿਆ ਉਹ ਤੇ ਤੇਰੇ ਅੰਦਰ ਹੈ, ਥੋੜਾ ਅੰਤਰਮੁਖੀ ਵੀ ਹੋ, ਆਪਣੇ ਆਪ ਵੱਲ ਝਾਤ ਵੀ ਮਾਰ। ਜਿੰਨਾ ਚਿਰ ਤੂੰ ਆਪਣੇ ਆਪ ਨੂੰ ਸਵਾਰਨ ਵਾਲੇ ਪਾਸੇ ਕਦਮ ਨਹੀਂ ਪੁੱਟਦਾ, ਉਸ ਤੇਰੇ ਅੰਦਰ ਵਸਦੇ ਹੋਏ ਜੋਤ ਸਰੂਪੀ ਅਕਾਲ ਪੁਰਖ ਦੀ ਪ੍ਰਾਪਤੀ ਤੈਨੂੰ ਨਹੀਂ ਹੋ ਸਕਦੀ। ਇਸ ਵਾਸਤੇ ਤੂੰ ਕਰਨਾ ਕੀ ਹੈ, ਜਿਸ ਨੂੰ ਤੂੰ ਕਰਮ ਕਾਂਡਾਂ ਤੇ ਚਲਾਕੀਆਂ ਚੁਸਤੀਆਂ ਰਾਹੀਂ ਫੜਨਾ ਚਾਹੁੰਦਾ ਹੈ, ਪ੍ਰਾਪਤ ਕਰਨਾ ਚਾਹੁੰਦਾ ਹੈ, ਹਾਸਲ ਕਰਨਾ ਚਾਹੁੰਦਾ ਹੈ, ਜਦੋਂ ਤੂੰ, ਤੇਰਾ ਮਨ ਨਿਜ ਘਰ ਵਿੱਚ ਟਿਕ ਜਾਏਗਾ, ਸਹਿਜ ਵਿੱਚ ਆ ਜਾਏਗਾ ਗੁਰੂ ਦੇ ਬਚਨ ਰਾਹੀਂ, ਉਦੋਂ ਫਿਰ ਤੂੰ ਆਪਣੇ ਅੰਦਰੋਂ ਹੀ ਉਸ ਨੂੰ ਪਾ ਲਵੇਂਗਾ। ਅਗਾਹ ਗਹਿ, ਅੱਗੇ ਕਹਿੰਦੇ ਗਹਿ ਗਗਨ ਰਹਾਈ। ਹੁਣ ਜਿਵੇਂ ਪੰਛੀ ਜਿਹੜਾ ਹੈ ਉਹ ਚੋਗਾ ਚੋਕ ਕੇ ਖੁਸ਼ੀ ਵਿੱਚ ਰੱਜਿਆ ਹੋਇਆ ਖੁੱਲੇ ਅਸਮਾਨ ਦੀ ਉਡਾਰੀ ਮਾਰਦਾ ਹੈ ਨਾ, ਉੱਚਾ ਚਲਿਆ ਜਾਂਦਾ, ਬਹੁਤ ਉੱਚਾ। ਇਸੇ ਤਰ੍ਹਾਂ ਆਖਦੇ ਨੇ ਫਿਰ ਤੇਰਾ ਮਨ ਪੰਖੀ ਵੀ ਉਸ ਸਹਿਜ ਦੀ ਅਵਸਥਾ ਦੇ ਵਿੱਚ ਬਹੁਤ ਉੱਚਾ ਚਲਿਆ ਜਾਏਗਾ, ਉੱਚੇ ਗਗਨਾਂ ਦੀਆਂ ਉਡਾਰੀਆਂ ਮਾਰੇਗਾ। ਫਿਰ ਇਹ ਵਿਕਾਰਾਂ ਦੀ ਬੰਦਿਸ਼ ਵਿੱਚੋਂ, ਗੁਲਾਮੀ ਵਿੱਚੋਂ ਆਜ਼ਾਦ ਹੋ ਗਿਆ ਤੇ ਉੱਚਾ ਹੋ ਗਿਆ, ਉੱਚੇ ਖਿਆਲਾਂ ਦਾ ਮਾਲਕ ਬਣ ਗਿਆ। ਤੇਰੀ ਸੁਰਤ ਉਚੇਰੀ ਹੋ ਜਾਏਗੀ ਜਦੋਂ ਸਤਿਗੁਰੂ ਦੇ ਬਚਨ ਦੀ ਕਮਾਈ ਕਰਕੇ ਆਪਣੇ ਅੰਦਰੋਂ ਉਸ ਕਰਤੇ ਪੁਰਖ ਨੂੰ ਤੂੰ ਮਹਿਸੂਸ ਕਰੇਗਾ, ਉਹਦੇ ਗੁਣਾਂ ਨੂੰ ਤੇਰਾ ਮਨ ਜਦੋਂ ਧਾਰਨ ਕਰ ਲਵੇਗਾ ਤਾਂ ਵਿਕਾਰਾਂ ਤੋਂ ਖਹਿੜਾ ਛੁੱਟ ਜਾਏਗਾ ਤੇਰਾ। ਸਤਿਗੁਰੂ ਸੱਚੇ ਪਾਤਸ਼ਾਹ ਹੁਣ ਇਸ ਤੋਂ ਅਗਲੇ 10ਵੇਂ ਬੰਦ ਵਿੱਚ ਬਖਸ਼ਿਸ਼ ਕਰਦੇ ਨੇ, ਆਖਦੇ ਨੇ ਘੱਗਾ ਘਾਟ ਘਾਟ ਨਿਮਸੈ ਸੋਈ। ਘੱਗਾ ਸ਼ਬਦ ਦੀ ਵਰਤੋਂ ਕਰਦੇ ਹਾਂ ਕਿਉਂਕਿ ਇਹ ਸ਼ਬਦ ਸੰਸਕ੍ਰਿਤ ਵਿੱਚ ਵੀ ਹੈ, ਇਸ ਕਰਕੇ ਰੂਪਾਂਤਰਿਤ ਹੋ ਗਿਆ। ਆਖਦੇ ਘਟ, ਘਟ ਦਾ ਅਰਥ ਹੈ ਹਿਰਦੇ ਵਿੱਚ, ਹਿਰਦੇ ਵਿੱਚ, ਨਿਮਸੈ ਵਸਿਆ ਹੋਇਆ, ਟਿਕਿਆ ਹੋਇਆ, ਸੋਈ ਉਹ ਅਕਾਲ ਪੁਰਖ। ਗੁਰੂ ਰਾਮਦਾਸ ਮਹਾਰਾਜ ਦਾ ਬਚਨ ਆਪਾਂ ਸਾਰੇ ਪੜ੍ਹਦੇ ਹਾਂ ਸੋਦਰ ਦੇ ਪਾਠ ਵਿੱਚ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ।
ਤੂੰ ਸਾਰੇ ਹਿਰਦਿਆਂ ਦੇ ਵਿੱਚ। ਔਰ ਅੱਗੇ ਗੱਲ ਕਹੀ ਨਿਰੰਤਰ। ਨਿਰੰਤਰ ਦਾ ਅਰਥ ਹੈ ਵੀ ਇਹ ਨਹੀਂ ਵੀ ਮੇਰੇ 'ਚ ਜ਼ਿਆਦਾ ਰੱਬ ਹੈ ਤੇ ਤੁਹਾਡੇ 'ਚ ਘੱਟ ਹੈ। ਬਿਨਾਂ ਭੇਦ ਤੋਂ ਸਾਰਿਆਂ ਵਿੱਚ ਉਹਦੀ ਸੱਤਾ ਕੰਮ ਕਰ ਰਹੀ। ਅਸੀਂ ਇਹ ਸਮਝਦੇ ਮੈਂ ਤਾਂ ਜ਼ਿਆਦਾ ਰੱਬ ਵਾਲਾ, ਦੂਜਾ ਘੱਟ ਹੈ। ਇਹ ਹੋ ਸਕਦਾ ਵੀ ਤੁਸੀਂ ਜ਼ਿਆਦਾ ਜਾਣਿਆ, ਮੈਂ ਘੱਟ ਜਾਣਿਆ, ਇਹ ਤੇ ਫਰਕ ਪੈ ਸਕਦਾ। ਪਰ ਜੇ ਮੈਂ ਆਖਾਂ ਵੀ ਨਹੀਂ, ਰੱਬ ਦੀ ਹੋਂਦ ਮੇਰੇ 'ਚ ਜ਼ਿਆਦਾ ਵੱਸਦੀ ਹੈ, ਤੁਹਾਡੇ 'ਚ ਘੱਟ ਵੱਸਦੀ ਹੈ, ਇਹ ਭੇਦ ਭਾਵ ਵੀ ਮਹਾਰਾਜ ਕਹਿੰਦੇ ਨੇ ਉਹ ਬੰਦਾ ਕਰਦਾ ਹੈ ਜਿਹਨੂੰ ਰੱਬ ਦੇ ਨਿਰੰਤਰ ਹੋਣ ਦੇ ਵਿੱਚ ਸ਼ੰਕਾ ਹੈ ਵੀ ਮੈਂ ਰੱਬ ਦੇ ਜ਼ਿਆਦਾ ਨੇੜੇ ਆ, ਮੇਰੇ 'ਚ ਰੱਬ ਜ਼ਿਆਦਾ ਹੈ, ਤੁਹਾਡੇ 'ਚ ਘੱਟ ਹੈ। ਇਹ ਭੇਦ ਭਾਵ ਵੀ ਉਹ ਕਰੇਗਾ ਜਿਸ ਨੂੰ ਰੱਬੀ ਹੋਂਦ ਦਾ ਪੂਰਨ ਅਹਿਸਾਸ ਨਹੀਂ। ਹੁਣ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਤੂੰ ਘਟ ਘਟ ਅੰਤਰ ਸਰਬ ਸਾਰਿਆਂ ਵਿੱਚ ਨਿਰੰਤਰ। ਨਿਰੰਤਰ ਦਾ ਮਤਲਬ ਬਿਨਾਂ ਕਿਸੇ ਭੇਦ ਭਾਵ ਤੋਂ, ਬਿਨਾਂ ਕਿਸੇ ਵਿਥ ਤੋਂ, ਬਿਨਾਂ ਕਿਸੇ ਅੰਤਰ ਤੋਂ। ਹਰ ਏਕੋ ਪੁਰਖ ਸਮਾਣਾ, ਹੇ ਸਰਵ ਵਿਆਪਕ ਅਕਾਲ ਪੁਰਖ ਜੀ, ਇੱਕ ਤੇਰਾ ਹੀ ਵਜੂਦ ਸਾਰਿਆਂ ਵਿੱਚ ਟਿਕਿਆ ਹੋਇਆ ਹੈ, ਤੇਰਾ ਹੀ। ਇਸ ਕਰਕੇ ਰੰਗ ਕਰਕੇ, ਨਸਲ ਕਰਕੇ, ਜ਼ਾਤ ਕਰਕੇ, ਕਿਸੇ ਦੇ ਕਲਚਰ ਕਰਕੇ ਮੈਂ ਕਿਸੇ ਨੂੰ ਨਫ਼ਰਤ ਨਹੀਂ ਕਰ ਸਕਦਾ, ਕਿਉਂਕਿ ਉਸ ਹਿਸਾਬ ਨਾਲ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਮੈਨੂੰ ਹੱਕ ਹੈ ਵੀ ਮੈਂ ਆਪਣੇ ਕਲਚਰ ਉੱਤੇ ਮਾਣ ਕਰਾਂ, ਮੈਂ ਆਪਣੀ ਭਾਸ਼ਾ ਉੱਤੇ ਮਾਣ ਕਰਾਂ, ਮੈਂ ਆਪਣੇ ਧਰਮ ਉੱਤੇ ਮਾਣ ਕਰਾਂ, ਮੈਂ ਆਪਣੇ ਪਹਿਰਾਵੇ ਉੱਤੇ, ਆਪਣੇ ਖਾਣ ਪੀਣ ਉੱਤੇ ਮਾਣ ਕਰਾਂ। ਪਰ ਮੈਨੂੰ ਇਹ ਹੱਕ ਨਹੀਂ ਵੀ ਮੈਂ ਦੂਸਰੇ ਦਾ ਇਹ ਸਾਰਾ ਕੁਝ ਉਹਦੇ ਨਾਲ ਨਫ਼ਰਤ ਕਰਾਂ। ਫਰਕ ਹੈ ਦੋਨਾਂ ਚੀਜ਼ਾਂ 'ਚ। ਤੁਸੀਂ ਆਪਣੇ ਆਪ ਤੇ ਮਾਣ ਕਰਦੇ ਹੋ, ਵੱਡੀ ਗੱਲ ਹੈ, ਚੰਗੀ ਗੱਲ ਹੈ। ਪਰ ਤੁਸੀਂ ਦੂਜੇ ਨਾਲ ਨਫ਼ਰਤ ਕਰਦੇ ਹੋ, ਇਹ ਗਲਤ ਗੱਲ ਹੈ। ਬਸ ਇਹ ਫਰਕ ਹੈ ਜਿਹੜਾ ਗੁਰਮਤਿ ਨੇ ਸਾਨੂੰ ਸਿਖਾਇਆ ਵੀ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕੌਣ ਭਲਾ ਹੋਇਆ ਇਹਨਾਂ ਚੋਂ ਤੇ ਕੌਣ ਮਾੜਾ ਹੋਇਆ। ਭਾਵ ਇਹ ਭਲੇ ਤੇ ਮਾੜੇ ਦੀ ਕੈਟਾਗਰੀ ਜਿਹੜੀ ਹੈ, ਇਹ ਜਿਹੜੇ ਅਸੀਂ ਤਜਰਬੇ ਕਰਕੇ ਤੇ ਧਿਰਾਂ ਬਣਾਉਂਦੇ ਆ ਵੀ ਆਹ ਭਲਾ ਤੇ ਆਹ ਮਾੜਾ, ਕਿਸੇ ਨੂੰ ਇਸ ਹਿਸਾਬ ਨਾਲ ਵੀ ਇਹ ਫਲਾਣੇ ਕਲਚਰ ਨਾਲ, ਧਰਮ ਨਾਲ, ਸੱਭਿਆਚਾਰ, ਭਾਸ਼ਾ, ਦੇਸ਼ ਨਾਲ ਸੰਬੰਧ ਰੱਖਦਾ ਹੈ, ਜਾਂ ਇਹ ਬੰਦਾ ਜਿਹੜਾ ਇਹਦੀ ਬੋਲੀ ਇਹੋ ਜੀ ਮੇਰੀ ਨਹੀਂ। ਗੁਰੂ ਮਹਾਰਾਜ ਕਹਿੰਦੇ ਨੇ ਜੋਤ ਕਰਕੇ ਸਾਰੇ ਇੱਕੋ। ਹਾਂ, ਕਰਮ ਕਰਕੇ ਵੱਖਰੇ ਵੱਖਰੇ ਹੋ ਸਕਦੇ ਨੇ। ਮੈਂ ਚੋਰੀ ਕਰਦਾ ਮੈਂ ਮਾੜਾ ਹੋਵਾਂਗਾ, ਮੈਂ ਨਿੰਦਾ ਕਰਾਂ ਤੇ ਮੈਂ ਮਾੜਾ ਹਾਂ, ਮੇਰਾ ਕਰਮ ਨੀਚ ਹੈ ਤੇ ਮੈਂ ਇਸ ਪੱਖੋਂ ਮਾੜਾ। ਕਰਮ ਕਰਕੇ ਲੋਕ ਵੱਡੇ ਛੋਟੇ ਹੋ ਸਕਦੇ ਨੇ। ਕਰਮ ਦਾ ਮਤਲਬ ਵੀ ਸਮਝ ਲੈਣਾ ਕਿਰਦਾਰ ਕਰਕੇ, ਕਿਰਤ ਕਰਕੇ ਨਹੀਂ। ਜੇ ਮੇਰੇ ਕਿਰਦਾਰ ਵਿੱਚ ਔਗਣ ਨੇ ਤੇ ਫਿਰ ਮੈਂ ਮਾੜਾ ਹਾਂ, ਪਰ ਜੋਤ ਕਰਕੇ ਸਾਰੇ ਜੀਵ ਸੰਸਾਰ ਦੇ ਇੱਕੋ ਜਿਹੇ। ਹੁਣ ਤੁਸੀਂ ਅੰਦਾਜ਼ਾ ਲਾਓ, ਸੰਸਾਰ ਪੱਧਰ ਉੱਤੇ ਕਿਤੇ ਤੇ ਜ਼ਾਤਾਂ ਪਾਤਾਂ ਦਾ ਭੇਦ ਭਾਵ ਤੇ ਝਗੜਾ ਹੈ, ਜਿੱਥੇ ਮਨੁੱਖਾਂ ਦਾ ਘਾਣ ਹੋ ਰਿਹਾ। ਕਿਤੇ ਅਮੀਰੀ ਤੇ ਗਰੀਬੀ ਕਰਕੇ ਬੰਦਾ ਬੰਦੇ ਨੂੰ ਕੋਈ ਸਤਿਕਾਰ ਦੇਣ ਤੋਂ ਇਨਕਾਰੀ ਹੈ ਤੇ ਉੱਥੇ ਝਗੜੇ ਨੇ, ਤੇ ਬਹੁਤ ਵੱਡੀ ਮੁਸ਼ਕਲ ਹੈ। ਤੇ ਜਿਹਦੇ ਕੋਲ ਤਾਕਤ ਹੈ ਉਹ ਮਾੜੇ ਨੂੰ, ਹਮਾਤੜ ਨੂੰ ਕੁਚਲ ਦੇਣਾ ਚਾਹੁੰਦਾ ਵੀ ਇਹਦੀ ਲੋੜ ਕੀ ਹੈ ਧਰਤੀ ਦੇ ਉੱਤੇ। ਕਿਤੇ ਭਾਸ਼ਾ ਕਰਕੇ ਰੌਲਾ ਹੈ, ਕਿਤੇ ਪਹਿਰਾਵਾ ਕਰਕੇ ਰੌਲਾ ਹੈ, ਕਿਤੇ ਮਜ਼ਹਬਾਂ ਤੇ ਧਰਮਾਂ ਕਰਕੇ ਰੌਲਾ ਹੈ, ਤੇ ਕਿਤੇ ਦੇਸ਼ਾਂ ਕਰਕੇ ਵੀ ਰੌਲਾ ਹੈ ਕਿ ਫਲਾਣੇ ਦੇਸ਼ ਦਾ ਇਹਦੇ ਨਾਲ ਨਫ਼ਰਤ ਕਰੋ, ਮੈਂ ਫਲਾਣੇ ਦੇਸ਼ ਦਾ ਮੈਂ ਚੰਗਾ ਹਾਂ। ਹੁਣ ਸੰਸਾਰ ਪੱਧਰ ਉੱਤੇ ਕਿੰਨੇ ਬਖੇੜੇ ਹਨ ਇਹਨਾਂ ਗੱਲਾਂ ਨੂੰ ਲੈ ਕੇ। ਪਰ ਗੁਰੂ ਦੀ ਸੋਚ ਕੀ ਹੈ? ਸਤਿਗੁਰੂ ਮਹਾਰਾਜ ਚਾਹੁੰਦੇ ਨੇ ਵੀ ਇਹ ਬਖੇੜਾ ਬੰਦੇ ਦੇ ਅੰਦਰੋਂ ਨਿਕਲ ਜਾਏ। ਤੂੰ ਆਪਣੇ ਦੇਸ਼ ਉੱਤੇ ਮਾਣ ਕਰ, ਕੋਈ ਹਰਜ਼ ਨਹੀਂ, ਪਰ ਜਿਹੜਾ ਤੇਰੇ ਦੇਸ਼ ਦਾ ਨਹੀਂ ਤੂੰ ਉਹਦੇ ਨਾਲ ਨਫ਼ਰਤ ਕਰੇ, ਇਹਦੇ 'ਚ ਹਰਜ਼ ਹੈ। ਤੂੰ ਆਪਣੀ ਭਾਸ਼ਾ ਦੇ ਉੱਤੇ ਮਾਣ ਕਰ, ਕੋਈ ਹਰਜ਼ ਨਹੀਂ, ਪਰ ਜਿਹੜਾ ਤੇਰੀ ਭਾਸ਼ਾ ਨਹੀਂ ਬੋਲਦਾ ਜਾਂ ਜਿਹੜਾ ਤੇਰੀ ਭਾਸ਼ਾ ਨਾਲ ਸੰਬੰਧ ਨਹੀਂ ਰੱਖਦਾ, ਉਹਦੇ ਨਾਲ ਤੂੰ ਨਫ਼ਰਤ ਪਾਲੇ, ਇਹਦੇ 'ਚ ਹਰਜ਼ ਹੈ। ਜੇ ਬੰਦੇ ਦੇ ਅੰਦਰੋਂ ਇਹ ਚੀਜ਼ ਨਿਕਲ ਜਾਏ, ਸੰਸਾਰ ਇਸ ਗੱਲ ਨੂੰ ਮੰਨ ਲਵੇ, ਸਮਾਜ ਇਸ ਗੱਲ ਨੂੰ ਕਬੂਲ ਕਰ ਲਵੇ, ਤੁਸੀਂ ਵੇਖੋ ਕੋਈ ਸੰਸਾਰ ਅੰਦਰ ਐਸੇ ਝਗੜੇ ਪੈਦਾ ਹੀ ਨਹੀਂ ਹੋਣਗੇ, ਮਿਟ ਜਾਣਗੇ। ਇਹਨਾਂ ਝਗੜਿਆਂ ਦੀ ਜੜ ਕਿੱਥੇ ਲੱਗੀ ਹੋਈ ਹੈ ਵੀ ਮੈਂ ਖਾਸ ਹਾਂ, ਦੂਜੇ ਆਮ ਹਨ। ਬਸ ਆਮ ਤੇ ਖਾਸ ਦੀ ਜਦੋਂ ਵੰਡ ਹੋ ਜਾਂਦੀ ਹੈ ਨਾ, ਉਦੋਂ ਪ੍ਰੋਬਲਮ ਖੜੀ ਹੁੰਦੀ। ਜਿਹਨੂੰ ਅਸੀਂ ਆਮ ਡਿਕਲੇਅਰ ਕਰ ਦਿੰਦੇ ਉਹ ਕਹਿੰਦਾ ਤੁਸੀਂ ਕੌਣ ਹੁੰਦੇ ਹੋ ਮੈਨੂੰ ਇਸ ਤਰ੍ਹਾਂ ਕਹਿਣ ਵਾਲੇ। ਉਹ ਫਿਰ ਸੰਘਰਸ਼ ਵਿੜਦਾ,
ਉਹ ਅੱਗੇ ਤੁਰਦਾ ਹੈ। ਕਿਉਂਕਿ ਅਸੀਂ ਆਪਣੇ ਆਪ ਨੂੰ ਖਾਸ ਦਸੀਏ ਕੋਈ ਅਰਜ਼ ਨਹੀਂ, ਪਰ ਉਹਨੂੰ ਆਪਣੇ ਤੋਂ ਨੀਵਾਂ ਦੱਸ ਕੇ ਅਸੀਂ ਜਦੋਂ ਉਹਨੂੰ ਨੀਵੇਂ ਦਰਜੇ ਤੇ ਖਿਲਾਰਨ ਦੀ ਕੋਸ਼ਿਸ਼ ਕੀਤੀ, ਉਹ ਫਿਰ ਆਪਣਾ ਹੱਕ ਲੈਣ ਵਾਸਤੇ ਕੋਈ ਆਰ ਤੇ ਕਰੇਗਾ, ਯਤਨ ਤੇ ਕਰੇਗਾ। ਤੋ ਸੰਸਾਰ ਦੇ ਝਗੜਿਆਂ ਦੀ ਜੜ ਇੱਥੇ ਲੱਗੀ ਹੋਈ ਹੈ। ਘਰਾਂ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਮੈਂ ਆਪਣੇ ਆਪ ਨੂੰ ਖਾਸ ਦੱਸਾਂ ਤੇ ਦੂਸਰਿਆਂ ਨੂੰ ਮੈਂ ਸਮਝਾਂ ਹੀ ਕੱਖ ਨਾ, ਤਾਂ ਪ੍ਰੋਬਲਮ ਹੋਏਗੀ। ਚਾਹੀਦਾ ਤੇ ਹੈ ਨਾ ਵੀ ਮੈਂ ਆਪਣੀ ਗੱਲ ਕਹਾਂ ਤੇ ਦੂਸਰੇ ਦੀ ਗੱਲ ਦਾ ਵੀ ਸਤਿਕਾਰ ਰੱਖਾਂ, ਤਾਂ ਝਗੜਾ ਨਹੀਂ ਹੋਏਗਾ, ਪ੍ਰੋਬਲਮ ਨਹੀਂ ਹੋਏਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਵੇਖੋ ਹੁਣ ਸੋਚ ਕੀ ਹੈ ਵੀ ਸਰਬ ਨਿਰੰਤਰ ਉਹ ਸਾਰਿਆਂ ਵਿੱਚ ਇੱਕੋ ਜਿਹਾ ਹੈ। ਇਸ ਕਰਕੇ ਇਸ ਗੱਲ ਦੇ ਭੇਦ ਭਾਵ ਵਿੱਚੋਂ ਤੁਸੀਂ ਬਾਹਰ ਆ ਜਾਓ। ਪਰ ਖਿਮਾ ਕਰਨਾ, ਧਰਮ ਦੀ ਦੁਨੀਆ ਵਿੱਚ ਵਿਚਰਨ ਵਾਲਿਆਂ ਨੇ ਵੀ ਇਸ ਗੱਲ ਨੂੰ ਜੇ ਅਸੈਪਟ ਕੀਤਾ ਹੁੰਦਾ, ਕਬੂਲ ਕੀਤਾ ਹੁੰਦਾ, ਤੇ ਇਹਨੇ ਬਖੇੜੇ ਖੜੇ ਨਹੀਂ ਸਨ ਹੋਣੇ। ਧਰਮਾਂ ਦੇ ਨਾਂ ਦੇ ਉੱਤੇ, ਮਜ਼ਹਬਾਂ ਦੇ ਨਾਮ ਦੇ ਉੱਤੇ, ਮੈਂ ਨਹੀਂ ਕਹਿੰਦਾ ਉਹ ਧਰਮੀ ਨੇ, ਪਰ ਧਰਮਾਂ ਦਾ ਨਾਮ ਵਰਤ ਕੇ ਉਹਨਾਂ ਨੇ ਜਿਹੜਾ ਸੰਸਾਰ ਦੇ ਅੰਦਰ ਰੋਲ ਘਚੋਲਾ ਤੇ ਜ਼ੁਲਮੋਂ ਸਿਤਮ ਖੜੇ ਕੀਤੇ, ਅਤ ਹੈ, ਅਤ ਹੈ। ਇਸ ਵਾਸਤੇ ਉਹਨਾਂ ਨੇ ਕਿਸੇ ਨੂੰ ਉੱਚੀ ਜ਼ਾਤ ਵਾਲਾ ਵੀ ਮੈਂ ਰੱਬ ਦੇ ਖਾਸ ਨੇੜੇ, ਦੂਜਿਆਂ ਨੂੰ ਸ਼ੂਦਰ ਤੇ ਨੀਵੇਂ ਤੇ ਨੀਚ ਕਹਿ ਕੇ ਦੁਰਕਾਰਦੇ ਰਹੇ। ਕਿਸੇ ਨੇ ਆਪਣੇ ਆਪ ਨੂੰ ਆਖਿਆ ਮੈਂ ਮੂਮਨ ਹਾਂ ਤੇ ਤੂੰ ਕਾਫਰ ਹੈ, ਤੇ ਮੂਮਨ ਤੇ ਕਾਫਰ ਦੇ ਝਗੜੇ ਪੈਂਦੇ ਰਹੇ। ਤੇ ਮੁਆਫ ਕਰ ਦੇਣਾ, ਸਾਡੇ 'ਚ ਵੀ ਮਰਿਆਦਾ ਨੂੰ ਲੈ ਕੇ ਤੇ ਤਲਵਾਰਾਂ ਨਿਕਲਦੀਆਂ ਹੀ ਰਹਿੰਦੀਆਂ ਨੇ, ਬਚੇ ਅਸੀਂ ਵੀ ਨਹੀਂ। ਜੇ ਅਸੀਂ ਬ੍ਰਾਹਮਣ ਦੀ ਤੇ ਸ਼ੂਦਰ ਦੀ ਉਹ ਕਹਾਣੀ ਨੂੰ ਪੜ੍ਹਨਾ ਹੈ, ਜੇ ਅਸੀਂ ਮੂਮਨ ਤੇ ਕਾਫਰ ਦੇ ਝਗੜੇ ਨੂੰ ਲੈ ਕੇ ਲੰਬੀ ਜ਼ੁਲਮਾਂ ਦੀ ਕਹਾਣੀ ਪੜ੍ਹਨੀ ਹੈ, ਤੇ ਆਉਣ ਵਾਲੇ ਲੇਖਕ ਤੇ ਇਤਿਹਾਸਕਾਰ ਤੇ ਨਸਲਾਂ ਸਾਨੂੰ ਕਿਵੇਂ ਬਖਸ਼ਣਗੀਆਂ? ਅਸੀਂ ਵੀ ਤੇ ਭੇਦ ਭਾਵ ਦੇ ਵਿੱਚ ਹੀ ਜੀ ਰਹੇ ਹਾਂ ਨਾ, ਕਿ ਨਹੀਂ ਜੀ ਰਹੇ? ਇਹ ਗੁਰੂ ਪਾਤਸ਼ਾਹ ਦੀ ਸੋਚ ਕੀ ਹੈ, ਵਿਚਾਰ ਕੀ ਹੈ? ਵੀ ਇਹਦਾ ਮਤਲਬ ਜਿਹੜਾ ਤੁਹਾਡੇ ਵਰਗਾ ਨਹੀਂ ਹੋਏਗਾ ਉਹਨੂੰ ਤੁਸੀਂ ਬਰਦਾਸ਼ਤ ਹੀ ਨਹੀਂ ਕਰੋਗੇ, ਦੁਨੀਆ 'ਚ ਉਹਨੂੰ ਤੁਸੀਂ ਸਹਿਣ ਹੀ ਨਹੀਂ ਕਰੋਗੇ। ਇਹਦਾ ਮਤਲਬ ਤੁਸੀਂ ਰੱਬ ਦੀ ਵੰਨ ਸੁਵੰਨਤਾ ਜਿਹੜੀ ਹੈ, ਜਾਂ ਰੱਬ ਦੀ ਭਿੰਨ ਵੱਖਰੀ ਵੱਖਰੀ ਤਰ੍ਹਾਂ ਦੀ ਇੱਕ ਕਾਇਨਾਤ ਹੈ, ਤੁਸੀਂ ਉਹਨੂੰ ਕਬੂਲ ਨਹੀਂ ਕਰਦੇ। ਬਾਣੀ ਦੇ ਵਿੱਚ ਲਿਖਿਆ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਮਹਾਰਾਜ ਨੇ ਆਖਿਆ ਕੋਈ ਇੱਕ ਤਰ੍ਹਾਂ ਦੀ ਤਾਂ ਹੈ ਹੀ ਨਹੀਂ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰਾਂ ਇੱਕ ਰੰਗ। ਗੁਰਮਤ ਦਾ ਇਹ ਮਕਸਦ ਨਹੀਂ, ਗੁਰਮਤ ਦਾ ਇਹ ਮਕਸਦ ਹੈ ਵੀ ਤੁਸੀਂ ਜੇ ਕਿਸੇ ਨੂੰ ਇਸ ਫਲਸਫੇ ਨਾਲ ਜੋੜ ਕੇ ਸੁਧਾਰ ਸਕਦੇ ਹੋ, ਵਾਹ ਭਲਾ, ਪਰ ਨਫ਼ਰਤ ਆਪਣੇ ਅੰਦਰ ਪੈਦਾ ਕਰਕੇ ਆਪਣਾ ਜੀਵਨ ਤੇ ਦੂਜਿਆਂ ਦਾ ਜੀਵਨ ਤਬਾਹ ਨਾ ਕਰੋ। ਕਿਉਂ ਪੈਂਦੇ ਹੋਏ ਇਸ ਰਾਹ ਦੇ ਉੱਤੇ? ਕੀ ਕੱਢੋਗੇ ਇਹਦੇ ਵਿੱਚੋਂ? ਅੱਜ ਤੱਕ ਦੀ ਨਫ਼ਰਤ ਵਿੱਚੋਂ ਸੰਸਾਰ ਨੇ ਕੀ ਕੱਢਿਆ ਜਿਹੜਾ ਤੁਸੀਂ ਕੱਢ ਲਓਗੇ? ਗੁਰੂ ਨਾਨਕ ਮਹਾਰਾਜ ਦਾ ਜੀਵਨ ਕਿੰਨਾ ਮਹਾਨ ਹੈ, ਕਿੰਨਾ ਉਚੇਰਾ ਹੈ। ਇਹੀ ਵਜ੍ਹਾ ਹੈ ਵੀ ਉਹ ਹਰ ਜਗ੍ਹਾ ਪਹੁੰਚੇ, ਹਰ ਜਗ੍ਹਾ ਉਹਨਾਂ ਨੇ ਆਪਣਾ ਉਪਦੇਸ਼, ਆਪਣੀ ਵਿਚਾਰਧਾਰਾ ਸੰਸਾਰ ਦੇ ਲੋਕਾਂ ਸਾਹਮਣੇ, ਔਰ ਜਿਨ੍ਹਾਂ ਨੂੰ ਗੁਰੂ ਦੀ ਮੱਤ ਸਮਝ ਆਈ ਉਹਨਾਂ ਆਖਿਆ ਸਤਿਗੁਰੂ ਕਮਾਲ ਹੈ। ਸਿੱਧਾ ਨੇ ਐਵੇਂ ਥੋੜਾ ਕਹਿ ਦਿੱਤਾ ਧੰਨ ਨਾਨਕ ਤੇਰੀ ਵੱਡੀ ਕਮਾਈ। ਵੀ ਜਿਹੜਾ ਫਲਸਫਾ ਅਸੀਂ ਸੰਸਾਰ ਨੂੰ ਨਹੀਂ ਦੇ ਸਕੇ ਜਿਉਣ ਵਾਸਤੇ, ਤੁਹਾਡੇ 'ਚ ਉਹ ਗੱਲ ਹੈ। ਜੇ ਦੁਨੀਆ ਇਸ ਗੱਲ ਨੂੰ ਅਪਣਾ ਲੈਂਦੀ ਹੈ, ਤਾਈਓ ਭਾਈ ਸਾਹਿਬ ਨੇ ਕਿਹਾ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਗੁਰੂ ਨੇ ਦੱਸਿਆ ਵੀ ਜੋ ਮੈਂ ਕਹਿ ਰਿਹਾ ਇਹਦੇ ਵਿੱਚ ਤੇ ਤੁਹਾਡੇ ਬੋਲਾਂ ਚ ਅੰਤਰ ਕੀ ਹੈ, ਤੁਹਾਡੀ ਗੱਲ ਨੂੰ ਕਿਤੇ ਅਪਲਾਈ ਨਹੀਂ ਕੀਤਾ ਜਾ ਸਕਦਾ, ਇਹਦੇ ਚੋਂ ਰਿਜ਼ਲਟ ਕੋਈ ਚੰਗਾ ਨਹੀਂ ਨਿਕਲ ਸਕਦਾ। ਸਵਾਲ ਇਹ ਹੈ ਇਸ ਗੱਲ ਚੋਂ ਰਿਜ਼ਲਟ ਬੜੇ ਚੰਗੇ ਨਿਕਲਣਗੇ, ਨਤੀਜਾ ਬਹੁਤ ਚੰਗਾ ਨਿਕਲੇਗਾ। ਆਖਰ ਧਰਮ ਹੈ ਤਾਂ ਬੰਦਿਆਂ ਵਾਸਤੇ ਹੀ ਨਾ, ਤੇ ਜੇ ਬੰਦੇ ਦੀ ਜ਼ਿੰਦਗੀ ਦਾ ਰਿਜ਼ਲਟ ਹੀ ਚੰਗਾ ਨਹੀਂ ਕੱਢਦਾ ਧਰਮ, ਤੇ ਉਸ ਧਰਮ ਦਾ ਲਾਭ ਕੀ ਹੈ? ਮੁਆਫ ਕਰਨਾ, ਜਿਹੜਾ ਧਰਮ ਗ੍ਰੰਥ ਲੋਕਾਂ ਦੇ ਜੀਵਨ ਦਾ ਨਿਚੋੜ ਹੀ ਚੰਗਾ ਨਾ ਕੱਢੇ, ਡਿਸਟਰਬ ਕਰੀ ਰੱਖੇ ਉਹਦੀ ਜ਼ਿੰਦਗੀ ਨੂੰ, ਇਹਦਾ ਮਤਲਬ ਅਸੀਂ ਭਾਰ ਨਹੀਂ ਚੁੱਕ ਲਿਆ ਕਿਤੇ। ਸਾਡੀ ਜ਼ਿੰਦਗੀ ਬੜੀ ਸੀਮਤ ਹੈ, ਤੇ ਕੀ ਅਸੀਂ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਭਟਕਦੇ ਰਹਿਣ ਵਾਸਤੇ ਤੇ ਡਿਸਟਰਬ ਹੋਣ ਵਾਸਤੇ ਇਹ ਸਾਰੀਆਂ ਗੱਲਾਂ ਮੰਨਦੇ ਹਾਂ? ਨਹੀਂ, ਗੁਰੂ ਪਾਤਸ਼ਾਹ ਕਹਿੰਦੇ ਭਲੇ ਵਾਸਤੇ ਮੰਨਦੇ ਹਾਂ। ਸਾਡੀ ਜੀਵਨ ਯਾਤਰਾ ਸਫਲ ਹੋਵੇ, ਅਸੀਂ ਇਸ ਕਰਕੇ ਇਹ ਉੱਤਮ ਵਚਨ ਜਿਹੜੇ ਹਨ ਉਹਨਾਂ ਨੂੰ ਮੰਨਣਾ ਤੇ ਕਮਾਉਣਾ ਹੈ। ਪਰ ਸੰਸਾਰ ਭਰਮਾਂ ਤੇ ਵਹਿਮਾਂ ਵਿੱਚ ਪਿਆ ਹੋਇਆ, ਕਰਮ ਕਾਂਡਾਂ ਵਿੱਚ ਉਲਝਿਆ ਹੋਇਆ, ਛੋਟੀ ਜਿਹੀ ਜ਼ਿੰਦਗੀ ਨੂੰ ਵੀ ਨਰਕ ਬਣਾ ਕੇ ਤੁਰ ਜਾਂਦਾ ਹੈ, ਤੇ ਖੁਆਹਿਸ਼ ਰੱਖਦਾ ਵੀ ਗਾਂ ਮੈਨੂੰ ਸਵਰਗ ਮਿਲ ਜਾਏ। ਅਗਲੇ ਨਰਕ ਤੋਂ ਡਰਦਾ ਹੈ, ਆ ਜਿਹਦੀ ਜ਼ਿੰਦਗੀ ਇਹਨੂੰ ਨਰਕ ਬਣਾ ਧਰਦਾ ਹੈ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਚਾਹੁੰਦੇ ਨੇ ਸੰਸਾਰ ਨੂੰ, ਲੋਕਾਈ ਨੂੰ, ਮਨੁੱਖਤਾ ਨੂੰ ਐਸਾ ਫਲਸਫਾ ਮਿਲੇ, ਐਸਾ ਰਸਤਾ ਮਿਲੇ, ਐਸੀ ਵਿਚਾਰਧਾਰਾ ਤੇ ਉਪਦੇਸ਼ ਮਿਲੇ ਜਿਸ ਦੀ ਕਮਾਈ ਕਰਕੇ, ਜਿਸ ਨੂੰ ਮੰਨ ਕੇ ਸੰਸਾਰ ਦੇ ਅੰਦਰ ਸੁਖ ਵਰਤੇ, ਟਿਕਾ। ਐਵੇਂ ਗੁਰੂ ਮਹਾਰਾਜ ਦੀ ਬਾਣੀ ਵਿੱਚ ਵੇਖੋ ਅਰਦਾਸ ਕੀ ਹੈ, ਜਗਤ ਜਲੰਦਾ ਰਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿਤੈ ਲਿਓ। ਸੰਸਾਰ 'ਚ ਵਿਗਾੜ ਇੰਨਾ ਸੀ ਵੀ ਅਰਦਾਸ ਕਰਨ ਵਾਲਿਆਂ ਨੂੰ ਤਤੀ ਤਵੀ ਤੇ ਬਹਿ ਕੇ ਵੀ ਇਹ ਗੱਲ ਕਹਿਣੀ ਪਈ। ਕਿੰਨਾ ਵਿਗਾੜ ਹੈ, ਕਿਸੇ ਤਰ੍ਹਾਂ ਨਾਲ ਇਹ ਹੱਲ ਹੋ ਜਾਏ। ਮੇਰੀ ਜ਼ਿੰਦਗੀ ਜਾਂਦੀ ਹੈ ਤੇ ਕੋਈ ਗੱਲ ਨਹੀਂ, ਮੇਰਾ ਸਰੀਰ ਖਤਮ ਹੁੰਦਾ ਹੈ, ਲੇਖੇ ਲੱਗਦਾ ਤੇ ਕੋਈ ਗੱਲ ਨਹੀਂ, ਪਰ ਮੈਂ ਜੋ ਮਕਸਦ ਮਿਥਿਆ ਸੰਸਾਰ ਦਾ, ਭਲੇ ਦਾ, ਉਹ ਤਾਂ ਹੀ ਪੂਰਾ ਹੋ ਸਕਦਾ। ਕਿੱਡੀ ਵੱਡੀ ਸੋਚ ਹੈ, ਕਿੱਡਾ ਵੱਡਾ ਆਦਰਸ਼ ਹੈ। ਆਪਣੀ ਖਾਤਰ ਤਾਂ ਹਰ ਕੋਈ ਜੀਂਦਾ ਹੈ, ਦੂਸਰਿਆਂ ਦੀ ਖਾਤਰ ਇਸ ਹੱਦ ਤੱਕ ਜਾ ਕੇ ਜੀਣਾ, ਇਹ ਕਿੱਡੀ ਵੱਡੀ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਘਟ ਫੂਟੇ, ਜਦੋਂ ਸਾਡਾ ਇਹ ਸਰੀਰ ਨਾਸ਼ ਹੋ ਜਾਂਦਾ ਹੈ, ਘਟ ਕਬੇ ਨਾ ਹੋਈ, ਉਹ ਰੱਬ ਦੀ ਹੋਂਦ ਵਿੱਚ ਕੋਈ ਘਾਟਾ ਨਹੀਂ ਪੈਂਦਾ, ਉਹ ਲਿਪਤ ਹੈ, ਉਹ ਨਿਰਲੇਪ ਹੈ। ਜਿਸ ਬਾਬਤ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਹੈ, ਅਗੰਮ ਅਗੋਚਰ ਸਾਹਿਬ ਮੇਰਾ, ਘਟ ਘਟ ਅੰਤਰ ਤਿਸੈ ਬਸੇਰਾ। ਉਹਦਾ ਵਾਸਾ ਸਾਰਿਆਂ ਹਿਰਦਿਆਂ ਦੇ ਵਿੱਚ ਹੈ। ਔਰ ਅੱਗੇ ਜਾ ਕੇ ਆਖਿਆ, ਸਦਾ ਅਲਿਪਤ ਜੀਆਂ ਕਾ ਦਾਤਾ, ਸਾਰੇ ਜੀਵਾਂ ਦਾ ਮਾਲਕ, ਦਾਤਾਂ ਦੇਣ ਵਾਲਾ, ਜੀਵਨ ਦਾਨ ਬਖਸ਼ਿਸ਼ ਕਰਨ ਵਾਲਾ, ਸਦਾ ਅਲਿਪਤ ਹੈ। ਵੀ ਸਾਡੇ 'ਚ ਪਾਪ ਹੋ ਸਕਦਾ ਪਰ ਉਹ ਪਾਪੀ ਨਹੀਂ, ਸਾਡੇ ਅੰਦਰ ਵਸਦਾ ਹੋਇਆ ਵੀ ਸਾਡੇ ਪਾਪ ਤੋਂ ਪਰੇ ਹੈ, ਸਾਡੇ ਅੰਦਰ ਵਸਦਾ ਹੋਇਆ ਵੀ ਸਾਡੇ ਪੁੰਨ ਤੋਂ ਪਰੇ ਹੈ। ਅਸੀਂ ਜੰਮਦੇ ਹਾਂ, ਉਹ ਨਹੀਂ ਜੰਮਿਆ ਸਾਡੇ ਨਾਲ, ਪਰ ਹੈ ਸਾਡੇ ਵਿੱਚ। ਅਸੀਂ ਮਰਾਂਗੇ, ਸਾਡੇ ਨਾਲ ਉਹਨੇ ਮਰ ਨਹੀਂ ਜਾਣਾ, ਉਹ ਅਲਿਪਤ ਹੈ। ਉਹਨੂੰ ਤਾਂ ਹੀ ਕਹਿਣਾ ਸਰਬ ਨਿਵਾਸੀ ਸਦਾ ਅਲੇਪਾ। ਅਲੇਪਾ ਦਾ ਮਤਲਬ ਹੁੰਦਾ ਹੈ, ਭਗਤ ਜੀ ਨੇ ਇੱਕ ਸ਼ਬਦ ਕਿਹਾ ਬਾਣੀ ਦੇ ਵਿੱਚ, ਕਹਿੰਦੇ ਤੁਸੀਂ ਪੰਛੀ ਨੂੰ ਆਕਾਸ਼ ਵਿੱਚ ਉੱਡਦਿਆਂ ਵੇਖਦੇ ਹੋ, ਜਿੱਧਰ ਦੀ ਪੰਛੀ ਲੰਘ ਜਾਂਦਾ ਮਗਰ ਤੁਹਾਨੂੰ ਕੋਈ ਲੀਹ ਜਾਂ ਰਸਤਾ ਬਣਿਆ ਹੋਇਆ ਵਿਖਾਈ ਦਿੰਦਾ? ਨਹੀਂ ਨਾ ਦਿੰਦਾ। ਕਹਿੰਦੇ ਪਤਾ ਹੀ ਨਹੀਂ ਲੱਗਦਾ ਪੰਛੀ ਕਿੱਧਰ ਦੀ ਗੁਜ਼ਰ ਗਿਆ। ਪਾਣੀ ਦੇ ਵਿੱਚ ਤੁਸੀਂ ਕਰਦ ਫੇਰਦੇ ਹੋ, ਡੰਡਾ ਮਾਰਦੇ ਹੋ, ਤੁਹਾਨੂੰ ਇੱਕ ਵਾਰ ਲੱਗੇਗਾ ਪਾਣੀ ਨੂੰ ਮੈਂ ਅੱਡ ਕਰ ਦਿੱਤਾ, ਪਰ ਬਾਅਦ ਵਿੱਚ ਲੱਭੋ ਵੀ ਜਿੱਥੇ ਮੈਂ ਡੰਡਾ ਮਾਰਿਆ ਖਲੋਤੇ ਪਾਣੀ 'ਚ, ਉਹਦਾ ਨਿਸ਼ਾਨ ਕਿੱਥੇ ਹੈ, ਤੁਹਾਨੂੰ ਨਹੀਂ ਲੱਭੇਗਾ। ਇਹਨੂੰ ਕਹਿ ਬਸੈ ਘਟਾ ਘਟ, ਲੀਪ ਨਾ ਛੀਪੈ। ਵਸਦਾ ਹਰ ਹਿਰਦੇ ਵਿੱਚ ਹੈ, ਪਰ ਉਹਨੂੰ ਵਿਕਾਰਾਂ ਦੀ, ਸਾਡੇ ਕੰਮਾਂ ਦੀ ਕੋਈ ਛੋਹ ਹੀ ਨਹੀਂ, ਉਹਦੇ ਤੋਂ ਬਿਲਕੁਲ ਰਹਿਤ ਹੈ। ਬੰਧਨ ਮੁਕਤਾ ਜਾਤ ਨਾ ਦੀਸੈ, ਪਾਣੀ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸੁਆਮੀ ਬੀਠੋ ਲੈਸਾ। ਪਾਣੀ 'ਚ ਤੁਸੀਂ ਚਿਹਰਾ ਵੇਂਦੇ ਹੋ,